ਸ਼੍ਰੀ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰਉ ਅੰਗਦ ਦੁਖ ਨਿਕੰਦਨ, ਅਮਰਦਾਸ ਗੁਰ ਹਿਰਦੈ ਧਿਆਵਉ, ਹਿਰਦੈ ਧਿਆਵਉ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵਉ, ਸ਼੍ਰੀ ਅਰਜਨ ਬਿਘਨ ਕੇ ਨਾਸਕ, ਬਿਘਨ ਕੇ ਨਾਸਕ। ਹਰਿ ਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ, ਸ਼੍ਰੀ ਹਰਿ ਰਾਏ ਨਾਮੋ ਕਰ ਜੋਰੇ, ਨਾਮੋ ਕਰ ਜੋਰੇ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੇ, ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ, ਤਹਾਰੋਂ ਤਹਾਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਿਕ ਭਗਤ ਵੈਰਾਗਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਾਧਾ, ਬੰਦੋਂ ਕਰ ਅਨੁਰਾਗ। ਏਕੰਕਾਰ ਸਤਿਗੁਰੂ ਤਹਿ ਪ੍ਰਸਾਦ ਸਚ ਹੋਏ, ਵਾਹਿਗੁਰੂ ਜੀ ਕੀ ਫਤਿਹ। ਵਿਘਨਾ ਵਿਨਾਸਨ ਸੋਏ, ਵਾਹਿਗੁਰੂ ਜੀ ਕੀ ਫਤਿਹ। ਵਿਘਨਾ ਵਿਨਾਸਨ ਸੋਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਸਿੱਖ ਸੰਤ ਜਾਏ ਜੋ ਤਿਨ ਕੇ ਡੇਰੇ, ਸੇਵਾ ਕਰਹੀਂ ਭਾਉ ਕਨੇਰੇ। ਤਿਨ ਕੇ ਸਦਨ ਦੇਸ਼ ਜਿਸ ਮਾਹੀ, ਭਾ ਉਧਾਰ ਬਹੁ ਨਰਨ ਤਹਾਹੀ। ਸਿੱਖ ਸੰਤ ਜਾਏ ਜੋ ਤਿਨ ਕੇ ਡੇਰੇ, ਸੇਵਾ ਕਰਹੀਂ ਭਾਉ ਕਨੇਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗਹੁ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਿਕ, ਹਲਤ ਪਲਤ ਕੇ ਰਖਿਅਕ, ਵਾਲੀਏ ਦੋ ਜਹਾਨ। ਸ਼ਬਦਾ ਅਵਤਾਰ ਸ਼ਬਦ ਗੁਰੂ ਧੰਨ ਧੰਨ ਸਾਹਿਬ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਸਥਾਨ, ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਜੁੜ ਬੈਠੀ ਗੁਰੂ ਪਿਆਰੀ, ਗੁਰੂ ਸਵਾਰੀ ਸਾਧ ਸੰਗਤ ਜੀਓ। ਤਖਤ ਸਾਹਿਬ ਜੀ ਦੀ ਨਿਤ ਮਰਿਆਦਾ, ਨਿਤਨੇਮ ਅਨੁਸਾਰ ਸ਼ਾਮਾਂ ਦੇ ਦੀਵਾਨ ਸਜ ਰਹੇ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ,
ਸਰਵਣ ਕਰਨ ਦੇ ਲਈ ਆਪ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ। ਵਡ ਭਾਗੇ ਹੋ ਆਪ ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਸਤ ਸੰਗਤ ਕਰਨ ਦਾ ਸੁਭਾਗ ਅਵਸਰ ਪ੍ਰਾਪਤ ਹੋ ਰਿਹਾ ਹੈ। ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਗੁਰੂ ਸਾਹਿਬਾਨਾਂ ਦਾ ਪਾਵਨ ਇਤਿਹਾਸ ਸਰਵਣ ਕਰਨਾ ਕੀਤਾ ਸੀ। ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਰਤਾਰਪੁਰ ਸਾਹਿਬ ਜੀ ਦੇ ਵਿੱਚ ਜੋਤ ਜਗਾ ਰਹੇ ਹਨ। ਬੇਅੰਤ ਜੀਆਂ ਦਾ ਸਤਿਗੁਰੂ ਮਹਾਰਾਜ ਜੀ ਨੇ ਉਧਾਰ ਕਰਨਾ ਕੀਤਾ। ਇਸ ਤਰ੍ਹਾਂ ਇੱਕ ਦਿਨ ਦੋ ਗੁਰੂ ਕੇ ਸਿੱਖ ਜਿਨ੍ਹਾਂ ਦਾ ਨਾਮ ਭਾਈ ਮਾਲੋ ਤੇ ਦੂਜੇ ਦਾ ਨਾਮ ਸੀ ਭਾਈ ਮੰਗਾ, ਭਾਈ ਮਾਲੋ ਤੇ ਕੇ ਆਏ ਤੇ ਬਚਨ ਕਰਨਾ ਕੀਤਾ, ਸਤਿਗੁਰੂ ਮਹਾਰਾਜ ਕਿਰਪਾ ਕਰੋ ਸਾਨੂੰ ਆਪ ਜੀ ਉਪਦੇਸ਼ ਦੇਣਾ ਕਰੋ, ਕਿਸ ਤਰ੍ਹਾਂ ਅਸੀਂ ਕਰਨਾ ਕਰੀਏ। ਤਰ੍ਹਾਂ ਤਰ੍ਹਾਂ ਨਾਲ ਆਪਣੇ ਮਨ ਨੂੰ ਜੋ ਕਸ਼ਟ ਦੇਣਾ ਇਹ ਤਪ ਹੈ। ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ ਇਹਦੇ ਵਿੱਚ ਮਿਹਨਤ ਤਾਂ ਬਹੁਤ ਜ਼ਿਆਦੀ ਹੁੰਦੀ ਹੈ ਲੇਕਿਨ ਕਮਾਈ ਬਹੁਤ ਘੱਟ ਹੁੰਦੀ। ਮਿਹਨਤ ਬਹੁਤ ਜ਼ਿਆਦੀ, ਮੁਨਾਫਾ ਬਹੁਤ ਘੱਟ ਹੁੰਦਾ, ਬਹੁਤ ਥੋੜਾ ਫਲ ਪ੍ਰਾਪਤ ਹੁੰਦਾ। ਤੇ ਫਿਰ ਮਹਾਰਾਜ ਜੀ ਨੇ ਕਿਹਾ ਕਿ ਜੋ ਆਪਾਂ ਸ਼ਾਂਤਕੀ ਤਪ ਕਰਦੇ ਹਾਂ, ਜਦੋਂ ਸਿਮਰਨ ਕਰਦੇ ਹਾਂ, ਗੁਰਬਾਣੀ ਦਾ ਜਾਪ ਕਰਦੇ ਹਾਂ, ਕਥਾ ਕੀਰਤਨ ਨੂੰ ਸਰਵਣ ਕਰਦੇ, ਨਾਮ ਜਪਦੇ, ਗੁਰੂ ਘਰ ਦੇ ਵਿੱਚ ਆ ਕਰਕੇ ਸੇਵਾ ਕਰਦੇ, ਇਹ ਸ਼ਾਂਤਕੀ ਤਪ ਹੈ। ਸ਼ਾਂਤਕੀ ਤਪ ਦੇ ਵਿੱਚ ਜ਼ਿਆਦੀ ਮਿਹਨਤ ਕਰਨ ਦੀ, ਜ਼ਿਆਦੀ ਮਸ਼ੱਕਤ ਕਰਨ ਦੀ ਲੋੜ ਨਹੀਂ ਪੈਂਦੀ, ਲੇਕਿਨ ਇਹਦਾ ਫਲ ਬਹੁਤ ਜ਼ਿਆਦਾ ਜੀਵ ਨੂੰ ਪ੍ਰਾਪਤ ਹੁੰਦਾ। ਤਾਂ ਸੁਣ ਕਰਕੇ ਭਾਈ ਮਾਲੋ ਨੇ ਕਿਹਾ, ਜਗਿਆਸਾ ਪ੍ਰਗਟ ਕੀਤੀ, ਕਿਹਾ ਸੱਚੇ ਪਾਤਸ਼ਾਹ ਜੀਓ ਸੰਸਾਰ ਦੇ ਵਿੱਚ ਇਹ ਮਰਿਆਦਾ ਹੈ, ਇਹ ਅਸੀਂ ਸੁਣਦੇ ਆ ਰਹੇ ਹਾਂ। ਬੱਚੇ ਨੂੰ ਇਹ ਗੱਲ ਦਾ ਪਤਾ ਹੈ ਜੋ ਜਿੰਨੀ ਜ਼ਿਆਦੀ ਮਿਹਨਤ ਕਰੇਗਾ ਉਹਨੂੰ ਉਨਾ ਜ਼ਿਆਦਾ ਫਲ ਦੀ ਪ੍ਰਾਪਤੀ ਹੁੰਦੀ ਹੈ। ਤੇ ਆਪਨੇ ਨਵੀਂ ਮਰਿਆਦਾ ਦੱਸ ਨਹੀਂ ਕੀਤੀ, ਮਿਹਨਤ ਬਹੁਤ ਜ਼ਿਆਦੀ ਤੇ ਫਲ ਬਹੁਤ ਥੋੜਾ। ਇਹਦਾ ਕੀ ਕਾਰਨ ਹੈ ਮਹਾਰਾਜ ਆਪ ਜੀ ਉਚਾਰਨ ਕਰੋ, ਸਾਨੂੰ ਦੱਸਣਾ ਦ੍ਰਿਸ਼ਟਾਂਤ ਦੇ ਕਰਕੇ। ਤੇ ਵਿਸ਼ੇਸ਼ ਕਰਕੇ ਮਹਾਰਾਜ ਜੀ ਨੇ 3 ਦ੍ਰਿਸ਼ਟਾਂਤ ਜਿਹੜੇ ਬੱਕੜੀਆਂ ਨੂੰ ਤੋੜਨ ਵਾਲਾ, ਦੇਖ ਭਾਈ ਉਹ ਕਿੰਨੀ ਜ਼ਿਆਦੀ ਮਿਹਨਤ ਕਰਦਾ, ਹੱਡ ਭੰਨਵੀਂ ਮਿਹਨਤ ਕਰਦਾ, ਸਵੇਰ ਤੋਂ ਲੈ ਕਰਕੇ ਸ਼ਾਮਾਂ ਤੱਕ 12-14 ਘੰਟੇ ਉਹ ਮਿਹਨਤ ਕਰਦਾ। ਮਿਹਨਤ ਕਰਕੇ ਭਾਰ ਜਿਹੜਾ ਚੁੱਕ ਕਰਕੇ ਲੈ ਕੇ ਆਉਂਦਾ ਤੇ ਜਦੋਂ ਬਾਜ਼ਾਰ ਦੇ ਵਿੱਚ ਲੱਕੜੀਆਂ ਵੇਚਦਾ ਬਹੁਤ ਘੱਟ ਉਹਦਾ ਮੁੱਲ ਪੈਂਦਾ। ਮਿਹਨਤ ਤਾਂ ਬਹੁਤ ਜ਼ਿਆਦੀ ਹੁੰਦੀ ਹੈ ਲੇਕਿਨ ਕਮਾਈ ਬਹੁਤ ਘੱਟ ਹੁੰਦੀ। ਫਿਰ ਮਹਾਰਾਜ ਜੀ ਨੇ ਦੂਜਾ ਦ੍ਰਿਸ਼ਟਾਂਤ ਦਿੱਤਾ ਕਿ ਜੋ ਵਣਜ ਵਪਾਰ ਕਰਦੇ ਹਨ, ਲੂਣ ਤੇਲ ਆਦਿਕ ਵੇਚਦੇ ਹਨ, ਤੇ ਉਹ ਦੇਖੋ ਜ਼ਿਆਦੀ ਮਿਹਨਤ ਉਹਨਾਂ ਨੂੰ ਨਹੀਂ ਕਰਨੀ ਪੈਂਦੀ ਹੈ। ਉਹ ਸਵੇਰੇ ਆ ਕਰਕੇ ਆਪਣੀ ਦੁਕਾਨ ਨੂੰ ਖੋਲ੍ਹ ਦਿੰਦੇ, ਜਿਹੜਾ ਕੋਈ ਆਉਂਦਾ ਤੇ ਉਹਨੂੰ ਫਿਰ ਸੌਦਾ ਤੋਲ ਕਰਕੇ ਦੇ ਦੇਣਾ, ਅਰਮਾਨ ਦੇ ਨਾਲ ਬੈਠੇ ਰਹਿਣਾ। ਤੇ ਲੱਕੜਹਾਰੇ ਤੋਂ ਤਾਂ ਕਈ ਗੁਣਾ ਜ਼ਿਆਦਾ ਉਹ ਬੰਦਾ, ਮਿਹਨਤ ਵੀ ਘੱਟ ਹੈ ਤੇ ਮੁਨਾਫਾ ਵੀ ਜ਼ਿਆਦਾ ਘੱਟ, ਉਹ ਜਿਹੜਾ ਕਮਾ ਕਰਕੇ ਚੱਲ ਜਾਂਦਾ। ਫਿਰ ਸਤਿਗੁਰੂ ਮਹਾਰਾਜ ਜੀ ਨੇ ਕਿਹਾ, ਤੀਜਾ ਦ੍ਰਿਸ਼ਟਾਂਤ ਕਿਹਾ ਕਿ ਜਿਹੜੇ ਜੌਰੀ ਹੁੰਦੇ ਹਨ ਉਹਨਾਂ ਦੀ ਤਾਂ ਬਹੁਤ ਘੱਟ ਮਿਹਨਤ ਹੁੰਦੀ ਹੈ। ਹੀਰੇ ਜ਼ਵਾਰਾਤ ਆਦਿਕ ਦਾ ਜਿਹੜੇ ਕੰਮ ਕਰਨ ਵਾਲਿਆਂ ਨੂੰ ਜੌਰੀ ਕਿਹਾ ਜਾਂਦਾ। ਉਹ ਅਰਮਾਨ ਦੇ ਨਾਲ ਆ ਕਰਕੇ ਦੁਕਾਨ ਦੇ ਵਿੱਚ ਬਹਿੰਦੇ ਹਨ ਤੇ 2-4 ਮਹੀਨੇ ਦੇ ਵਿੱਚ ਕਦੇ ਕੋਈ ਇੱਕ ਹੀਰਾ ਵੀ ਵਿਕ ਜਾਵੇ ਤਾਂ ਉਹਨਾਂ ਦੇ ਨਾਲ ਕਈ ਪੁਸ਼ਤਾਂ ਦਰ ਪੁਸ਼ਤਾਂ ਉਹ ਬੈਠ ਕਰਕੇ ਖਾ ਸਕਦੀਆਂ। ਕਹਿਣ ਦਾ ਭਾਵ ਕਿ ਜੌਰੀ ਦੀ ਮਿਹਨਤ ਬਹੁਤ ਘੱਟ ਹੁੰਦੀ ਹੈ। ਐਨ ਨਰਮੇ ਦੇ ਉੱਤੇ ਗਦੀਆਂ ਨੂੰ ਲਾ ਕਰਕੇ ਅਰਮਾਨ ਦੇ ਨਾਲ ਬੈਠਿਆ ਹੋਇਆ ਹੁੰਦਾ, ਏਸੀ ਪੱਖੇ ਛੱਡੇ ਹੋਏ ਹੁੰਦੇ ਹਨ, ਲੇਕਿਨ ਕੀਮਤ ਘੱਟ, ਮਿਹਨਤ ਬਹੁਤ ਘੱਟ ਕਰਦਾ। ਉਹ ਕੋਈ ਉਹਨੂੰ ਸ਼ਾਰੀਰਿਕ ਮਿਹਨਤ ਨਹੀਂ ਹੁੰਦੀ ਹੈ ਲੇਕਿਨ ਮੁਨਾਫਾ ਸਭ ਤੋਂ ਜ਼ਿਆਦਾ ਕਮਾ ਕਰਕੇ ਚੱਲ ਜਾਂਦਾ। ਇਸ ਤਰ੍ਹਾਂ ਹੀ ਮਹਾਰਾਜ ਜੀ ਨੇ ਦ੍ਰਿਸ਼ਟਾਂਤ ਦੇ ਕਰਕੇ ਸਮਝਾਇਆ। ਇਹ ਜੋ ਤਾਮਸੀ ਤਪ ਕਰਨਾ ਹੈ,
ਤੇ ਇਹਦੇ ਵਿੱਚ ਮਿਹਨਤ ਤਾਂ ਬਹੁਤ ਜ਼ਿਆਦੀ ਹੈ ਲੇਕਿਨ ਮੁਨਾਫਾ ਬਹੁਤ ਘੱਟ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਕਿਹਾ ਗੁਰਮਤਿ ਅਨੁਸਾਰ ਗੁਰੂ ਘਰ ਦੇ ਵਿੱਚ ਆ ਕਰਕੇ ਆਪਾਂ ਜਦੋਂ ਸਿਮਰਨ ਕਰਦੇ ਆ, ਸੇਵਾ ਕਰਦੇ ਆ, ਮਿਹਨਤ ਬਹੁਤ ਘੱਟ ਹੈ ਤੇ ਲਾਭ ਬਹੁਤ ਜ਼ਿਆਦਾ ਪ੍ਰਾਪਤ ਹੁੰਦਾ। ਇਹ ਸਤਿਗੁਰੂ ਮਹਾਰਾਜ ਜੀ ਦਾ ਪਾਵਨ ਉਪਦੇਸ਼ ਨੂੰ ਸੁਣ ਕਰਕੇ ਭਾਈ ਮਾਲੋ ਤੇ ਦੂਜਾ ਭਾਈ ਮੰਗੇ ਨੇ ਇਸ ਬਚਨਾਂ ਨੂੰ ਕਮਾਉਣਾ ਕੀਤਾ। ਕਿਸ ਤਰ੍ਹਾਂ ਪਿਆਰਿਓ ਇਹਨਾਂ ਨੇ ਸਿੱਖੀ ਨੂੰ ਕਮਾਇਆ, ਕਵੀ ਰਾਜ ਜੀ ਨੇ ਉਹ ਵੀ ਦੱਸਿਆ ਹੈ। ਭਾਈ ਮਾਲੋ ਬਾਣੀ ਪੜ੍ਹਦਾ ਤੇ ਭਾਈ ਮੰਗਾ ਜਿਹੜਾ ਬੜੇ ਪ੍ਰੇਮ ਦੇ ਨਾਲ ਬਾਣੀ ਨੂੰ ਚਿੱਤ ਬਿਰਤੀ ਨੂੰ ਇਕਾਗਰ ਕਰਕੇ ਉਹ ਸਰਵਣ ਕਰਦਾ। ਫਿਰ ਭਾਈ ਮੰਗਾ ਜਦੋਂ ਬਾਣੀ ਦਾ ਪਾਠ ਕਰਦਾ ਤੇ ਭਾਈ ਮਾਲੋ ਜਿਹੜਾ ਹੈ ਉਹ ਪ੍ਰੇਮ ਦੇ ਨਾਲ ਸ਼ਰਧਾ ਦੇ ਨਾਲ ਗੁਰਬਾਣੀ ਨੂੰ ਸਰਵਣ ਕਰਦਾ ਤੇ ਦੋਵੇਂ ਕੀਰਤਨ ਵੀ ਕਰਦੇ ਹਨ। ਇੱਕ ਕੀਰਤਨ ਕਰਦਾ। ਇਸ ਤਰ੍ਹਾਂ ਪਿਆਰਿਓ ਇੰਨੀ ਇਹਨਾਂ ਦੀ ਅਵਸਥਾ ਪੱਕ ਗਈ ਤੇ ਪ੍ਰਭ ਜੀ ਬਸੈ ਸਾਧ ਕੀ ਰਸਨਾ, ਉਹ ਅਵਸਥਾ ਇਹਨਾਂ ਦੀ ਘੜ ਗਈ। ਜਦੋਂ ਇਹ ਕੀਰਤਨ ਕਰਦੇ ਸਨ ਤੇ ਅੰਮ੍ਰਿਤ ਝੜਦਾ ਸੀ। ਬਹੁਤ ਸਾਰਾ ਇਹਨਾਂ ਨੇ ਆਪਣੇ ਇਲਾਕੇ ਦੇ ਵਿੱਚ ਸਿੱਖੀ ਦਾ ਪ੍ਰਚਾਰ ਕਰਨਾ ਕੀਤਾ। ਇੱਥੋਂ ਤੱਕ ਪਿਆਰਿਓ ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਇਹ ਗੁਰੂ ਸਾਹਿਬਾਨਾਂ ਦਾ ਇਤਿਹਾਸ ਸਰਵਣ ਕਰਨਾ ਕੀਤਾ ਸੀ। ਆਓ ਪਿਆਰਿਓ ਅਗਲੀ ਜੋ ਪਾਵਨ ਕਥਾ ਉਹਨੂੰ ਆਪਾਂ ਸਰਵਣ ਕਰਨਾ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਵੇ। ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਹਿਰਦੇ ਵਿੱਚ ਧਾਰਨ ਕਰਦਿਆਂ ਮਹਾਰਾਜ ਜੀ ਦੇ ਪਾਵਨ ਅਸਥਾਨ ਤੇ ਆਪਣੀ ਹਾਜ਼ਰੀ ਨੂੰ ਲਵਾਉਂਦਿਆਂ ਹੋਇਆਂ ਪ੍ਰੇਮ ਤੇ ਸਤਿਕਾਰ ਸਹਿਤ ਉਚਾਰਨ ਕਰਨਾ ਕਰੋ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਫਿਰ ਇੱਕ ਵਾਰੀ ਉਚਾਰਨ ਕਰੋ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਸਿੱਖ ਸੰਤ ਜਾਏ ਜੋ ਤਿਨ ਕੇ ਡੇਰੇ। ਇਸ ਤਰ੍ਹਾਂ ਭਾਈ ਮਾਲੋ ਤੇ ਭਾਈ ਮੰਗਾ ਜਿਹੜਾ ਹੈ ਆਪਣੇ ਇਲਾਕੇ ਦੇ ਵਿੱਚ ਆਪਣੇ ਘਰ ਦੇ ਵਿੱਚ ਰਹਿ ਕਰਕੇ ਇਹਨਾਂ ਨੇ ਸਿੱਖੀ ਦਾ ਬਹੁਤ ਜ਼ਿਆਦਾ ਪ੍ਰਚਾਰ ਕਰਨਾ ਕੀਤਾ। ਦਸਾਂ ਨਵਾਂ ਦੀ ਕਿਰਤ ਕਰਦੇ ਹਨ ਤੇ ਵੰਡ ਕੇ ਇਹ ਛਕਦੇ ਹਨ। ਜਿਹੜਾ ਵੀ ਕੋਈ ਸਿੱਖ, ਕੋਈ ਅਤਿਥੀ, ਕੋਈ ਸੰਤ, ਪ੍ਰਾਹੁਣਾ ਆਦਿਕ, ਕੋਈ ਰਾਹਗੀਰ ਜਦੋਂ ਇਹਨਾਂ ਦੇ ਕੋਲ ਜਦੋਂ ਪਹੁੰਚ ਜਾਂਦਾ, ਚੱਲ ਜਾਂਦਾ, ਸੇਵਾ ਕਰਹੀ ਭਾਉ ਕਨੇਰੇ। ਬਹੁਤ ਕਨੇਰਾ ਭਾਉ ਜਿਹੜਾ ਹੈ, ਭਾਵ ਦਾ ਮਤਲਬ ਪ੍ਰੇਮ ਦੇ ਨਾਲ ਜਿਹੜਾ ਵੀ ਆਵੇ ਕੋਈ ਸਿੱਖ, ਕੋਈ ਗੁਰੂ ਕਾ ਪਿਆਰਾ ਅਤਿਥੀ ਲੋੜਵੰਦ ਆ ਜਾਵੇ ਤੇ ਬਹੁਤ ਪ੍ਰੇਮ ਤੇ ਭਾਵਨਾ ਦੇ ਨਾਲ ਉਹਦੀ ਯਥਾ ਸ਼ਕਤ ਇਹ ਸੇਵਾ ਕਰਿਆ ਕਰਦੇ ਹਨ। ਤਿਨ ਕੇ ਸਦਨ ਦੇਸ਼ ਜਿਸ ਮਾਹੀ। ਕਵੀ ਰਾਜੀ ਕਹਿੰਦੇ ਕਿ ਜਿਸ ਦੇਸ਼ ਦੇ ਵਿੱਚ ਇਹਨਾਂ ਦਾ ਘਰ ਸੀ, ਜਿਸ ਇਲਾਕੇ ਦੇ ਵਿੱਚ ਇਹ ਰਹਿੰਦੇ ਸਨ, ਉਧਾਰ ਬਹੁ ਨਰਨ ਤਹਾਂ ਹੀ। ਇਹਨਾਂ ਦੇ ਕਰਕੇ ਬਹੁਤ ਸਾਰੇ ਜੀਆਂ ਦਾ ਉਧਾਰ ਹੋ ਗਿਆ। ਭਾਵ ਕਿ ਜਦੋਂ ਵੀ ਆਪਾਂ ਇਹ ਕਰਦੇ ਹਾਂ, ਸਿੱਖੀ ਦਾ ਪ੍ਰਚਾਰ ਕਰਦੇ ਹਾਂ, ਕਥਾ ਕੀਰਤਨ ਕਰਦੇ ਹਾਂ, ਕਦੇ ਵੀ ਦੇਖੋ ਆਪਣੇ ਨਾਲ ਨਾ ਜੋੜਨਾ ਚਾਹੀਦਾ। ਕੋਈ ਵੀ ਆ ਜਾਵੇ, ਕਈ ਵਾਰੀ ਕੀ ਹੁੰਦਾ, ਕਈ ਕੀ ਕਰਦੇ ਹਨ, ਬਾਣੀ ਦਾ ਸਹਾਰਾ ਲੈਂਦੇ ਤੇ ਜਦੋਂ ਕੋਈ ਜਿਗਿਆਸੂ ਆਵੇ ਉਹਨੂੰ ਬਾਣੀ ਦੇ ਨਾਲ ਤੋੜ ਕਰਕੇ ਆਪਣੇ ਨਾਲ ਜੋੜ ਦੇਣਾ, ਕਹਿ ਦੇਣਾ ਭਈ ਬਾਣੀ ਨੂੰ ਛੱਡ, ਤੂੰ ਮੇਰੀ ਸੇਵਾ ਕਰਨਾ ਕਰ। ਨਹੀਂ ਪਿਆਰਿਓ, ਬਾਣੀ ਦੇ ਕਰਕੇ ਆਪਾਂ ਸਾਰਿਆਂ ਦਾ ਪਿਆਰਿਓ ਰਿਜ਼ਕ ਚੱਲ ਰਿਹਾ। ਬਾਣੀ ਦੇ ਕਰਕੇ ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਵਰਤ ਰਹੀ ਹੈ। ਇਸ ਕਰਕੇ ਕਦੇ ਵੀ ਇਹ ਨਹੀਂ ਕਰਨਾ ਚਾਹੀਦਾ ਕਿ ਕੋਈ ਸਿੱਖ ਜਿਗਿਆਸੂ ਆਵੇ ਉਹਨੂੰ ਆਪਾਂ ਮਾਰਗ ਦੱਸਦੇ ਹਾਂ। ਗੁਰਬਾਣੀ ਦੇ ਨਾਲ ਜੋੜਨਾ ਇਹ ਸਾਡਾ ਫਰਜ਼ ਬਣਦਾ। ਕਦੇ ਵੀ ਗੁਰਬਾਣੀ ਤੋਂ, ਗੁਰੂ ਘਰ ਤੋਂ ਤੋੜ ਕਰਕੇ ਆਪਣੇ ਨਾਲ ਜਿਹੜਾ ਵੀ ਜੋੜਦਾ ਉਹ ਅੱਤ ਦਾ ਹਤਿਆਰਾ, ਅੱਤ ਦਾ ਮਹਾਪਾਪੀ ਜਾਣਨਾ ਕਰੋ। ਜਬ ਜਬ ਆਵਹਿ ਦਰਸ਼ਨ ਹੇਤਾ। ਇਹ ਹੁਣ ਕੀ ਕਰਦੇ ਹਨ, ਜਦੋਂ ਜਦੋਂ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਆਉਂਦੇ, ਸ਼ਬਦ ਪੜ੍ਹਤ ਨਰ ਬ੍ਰਿੰਦ ਸਮੇਤ। ਤੇ ਕੀ ਆਪਾਂ ਇਕੱਲੇ ਨਹੀਂ ਆਉਂਦੇ ਹਨ, ਜਿਹੜਾ ਵੀ ਆ ਕਰਕੇ ਇਹਨਾਂ ਦੇ ਨਾਲ ਜੁੜਦਾ ਨਾ, ਇਹਨਾਂ ਨੂੰ ਕਹਿੰਦਾ ਕਿ ਭਾਈ ਸਿੱਖੋ
ਸਾਨੂੰ ਆਪਣਾ ਸਿੱਖ ਬਣਾ ਲਿਓ, ਅਸੀਂ ਤੁਹਾਡੇ ਮੁਰੀਦ ਬਣ ਗਏ ਹਾਂ। ਤੇ ਅੱਗੋਂ ਬਹੁਤ ਸਤਿਕਾਰ ਦੇ ਨਾਲ ਕਹਿੰਦੇ ਕਿ ਭਾਈ ਮੈਂ ਵੀ ਸਿੱਖ ਹਾਂ ਗੁਰੂ ਮਹਾਰਾਜ ਜੀ ਦਾ, ਜੇ ਜੁੜਨਾ ਨਾ ਮੇਰੇ ਨਾਲ ਨਾ ਜੁੜਨਾ ਕਰੋ। ਚਲੋ ਮੈਂ ਤੁਹਾਨੂੰ ਮੇਰੇ ਮੁਰਸ਼ਦ ਕੋਲ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਹੜੇ ਗੁਰੂਆਂ ਦੇ ਗੁਰੂ ਹਨ, ਮੈਂ ਉਹਨਾਂ ਦੇ ਕੋਲ ਤੁਹਾਨੂੰ ਲੈ ਕਰਕੇ ਚੱਲਦਾ ਹਾਂ। ਜੇ ਜੁੜਨਾ ਹੀ ਤਾਂ ਗੁਰੂ ਮਹਾਰਾਜ ਜੀ ਦੇ ਨਾਲ, ਗੁਰੂ ਕੀ ਬਾਣੀ ਦੇ ਨਾਲ ਜੁੜਨਾ ਕਰੋ। ਇਸ ਤਰ੍ਹਾਂ ਇਹਨਾਂ ਸਿੱਖਾਂ ਨੇ ਪਿਆਰਿਓ ਆਪਣੇ ਸੇਵਕਾਂ ਨੂੰ ਆਪਣੇ ਨਾਲ ਨਹੀਂ ਜੋੜਿਆ। ਵਿਆਪਾਰ ਕਰਨ ਵਾਸਤੇ ਸ਼੍ਰਿੰਗਲਾਦੀਪ ਗਏ ਸਨ। ਉਥੋਂ ਦਾ ਰਾਜਾ ਜਿਹੜਾ ਹੈ ਰਾਜਾ ਸ਼ਿਵਨਾਬ, ਤੇ ਉਹਨਾਂ ਦੀ ਸਿੱਖੀ ਨੂੰ ਵੇਖ ਕਰਕੇ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਗਿਆ ਤੇ ਗਲ ਵਿੱਚ ਪੱਲਾ ਪਾ ਕਰਕੇ ਉਚਾਰਨ ਕੀਤਾ ਕਿ ਆ ਭਾਈ ਮਨਸੁਖ ਜੀ ਕਿਰਪਾ ਕਰੋ ਮੇਰੇ ਗੁਰੂ ਬਣ ਜਾਓ, ਮੈਨੂੰ ਆਪਣਾ ਉਪਦੇਸ਼ ਦੇ ਕਰਕੇ ਆਪਣਾ ਸਿੱਖ ਬਣਾ ਲਓ। ਤੇ ਅੱਗੋਂ ਭਾਈ ਮਨਸੁਖ ਨੇ ਕਿਹਾ ਕਿ ਰਾਜਾ ਸ਼ਿਵਨਾਬ ਮੈਂ ਵੀ ਅਧੂਰਾ ਹਾਂ ਭਾਈ, ਮੈਂ ਗੁਰੂ ਨਹੀਂ ਹਾਂ, ਮੈਂ ਵੀ ਸਿੱਖ ਹਾਂ। ਜੇ ਜੁੜਨਾ ਹੀ ਤਾਂ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਨਾਲ ਜੁੜਨਾ ਕਰ। ਉਹ ਗੁਰੂਆਂ ਦੇ ਗੁਰੂ ਹਨ, ਉਹਨਾਂ ਦੇ ਨਾਲ ਜੁੜੇਗਾ ਤਾਂ ਜਾ ਕਰਕੇ ਤੇਰਾ ਉਧਾਰ ਹੋਵੇਗਾ। ਤੇ ਫਿਰ ਉਹਨੇ ਜਦੋਂ ਪੁੱਛਿਆ ਕਿ ਕਿੱਥੇ ਰਹਿੰਦੇ ਹਨ ਗੁਰੂ ਨਾਨਕ ਦੇਵ ਜੀ ਮਹਾਰਾਜ, ਭਾਈ ਮਨਸੁਖ ਕਹਿਣ ਲੱਗਾ ਕਿ ਭਾਈ ਤੂੰ ਇੱਥੇ ਹੀ ਬੈਠ ਕਰਕੇ ਮਹਾਰਾਜ ਜੀ ਦਾ ਆਵਾਹਨ ਕਰਨਾ ਕਰ, ਸਤਿਗੁਰੂ ਮਹਾਰਾਜ ਜੀ ਨੂੰ ਪ੍ਰੇਮ ਦੀ ਡੋਰ ਦੇ ਨਾਲ ਖਿੱਚਣਾ ਕਰ। ਤੇ ਸੱਚ ਜਾਣ ਸਤਿਗੁਰੂ ਮਹਾਰਾਜ ਜੀ ਨੇ ਤੈਨੂੰ ਤੇਰੇ ਘਰ ਦੇ ਵਿੱਚ ਆ ਕਰਕੇ ਦਰਸ਼ਨ ਦੇਣਾ। ਕਹਿਣ ਦਾ ਭਾਵ ਭਾਈ ਮਨਸੁਖ ਨੇ ਆਪਣੇ ਨਾਲ ਨਹੀਂ ਜੋੜਿਆ, ਜੇ ਜੋੜਨਾ ਚਾਹੁੰਦਾ ਤੇ ਪਿਆਰੇ ਜੋੜ ਵੀ ਸਕਦਾ ਸੀ। ਇੰਨਾ ਵੱਡਾ ਸ਼੍ਰਿੰਗਲਾਦੀਪ ਦਾ ਰਾਜਾ, ਉਹਨੂੰ ਆਪਣੇ ਨਾਲ, ਕਿਉਂਕਿ ਅੱਜ ਲੋਕੀ ਇਹੀ ਚਾਹੁੰਦੇ ਨਾ ਕਿ ਭਾਈ ਫਲਾਣਾ ਵੀ ਜਿਹੜਾ ਵੱਡਾ ਬੰਦਾ ਉਹ ਮੇਰਾ ਚੇਲਾ ਬਣ ਜਾਵੇ, ਉਹ ਮੇਰਾ ਸ਼ਰਧਾਲੂ ਬਣ ਜਾਵੇ। ਲੇਕਿਨ ਪਿਆਰਿਓ ਇਹ ਸਿੱਖੀ ਦੀ ਮਰਿਆਦਾ ਨਹੀਂ ਹੈ। ਸਤਿਗੁਰੂ ਮਹਾਰਾਜ ਜੀ ਨੇ ਕਿਹਾ ਗੁਰ ਸਿੱਖਾਂ ਇੱਕੋ ਪਿਆਰ, ਗੁਰ ਮਿੱਤਾਂ ਪੁੱਤਾਂ ਭਾਈਆਂ। ਆਪਾਂ ਸਾਰੇ ਪਿਆਰਿਓ ਨਾਲ ਹਨ, ਸਮਾਨ ਹਨ। ਇਸ ਤਰ੍ਹਾਂ ਭਾਈ ਮਾਲਾ ਤੇ ਭਾਈ ਮੰਗੇ ਦੇ ਕੋਲ ਜਦੋਂ ਵੀ ਕੋਈ ਸ਼ਰਧਾਲੂ ਚੱਲ ਕਰਕੇ ਆਉਂਦੇ, ਉਹਨਾਂ ਨੂੰ ਕਹਿੰਦੇ ਕਿ ਭਾਈ ਸਾਨੂੰ ਆਪਣਾ ਸਿੱਖ ਬਣਾ ਲਓ। ਤੇ ਭਾਈ ਮਾਲੋ ਤੇ ਭਾਈ ਮੰਗਾ ਕਹਿੰਦੇ ਨਹੀਂ ਭਾਈ ਸਿੱਖ ਬਣਨਾ, ਚੱਲ ਤੈਨੂੰ ਪੂਰੇ ਗੁਰੂ ਦੇ ਕੋਲ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਕੋਲ ਲੈ ਕੇ ਚੱਲਦੇ ਆ। ਜੇ ਗੁਰੂ ਧਾਰਨ ਕਰਨਾ ਹੀ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਗੁਰੂ ਧਾਰਨ ਕਰਨਾ ਕਰ। ਜੇ ਸਿੱਖੀ ਦੀ ਦਾਤ ਲੈਣੀ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਤੋਂ ਸਿੱਖੀ ਦੀ ਦਾਤ ਲੈ ਕਰਕੇ ਸਿੱਖ ਬਣ ਜਾ। ਇੰਜ ਬਹੁਤ ਸਾਰੇ ਜੀਆਂ ਨੂੰ ਲੈ ਕਰਕੇ ਆਉਂਦੇ, ਤੇ ਜਦੋਂ ਵੀ ਆਉਂਦੇ ਨਾ ਯਾਤਰਾ ਦੇ ਵਿੱਚ ਨਿਕਲਦੇ, ਇਹ ਨਹੀਂ ਹੈ ਕਿ ਰਸਤੇ ਦੇ ਵਿੱਚ ਇੰਜੋਏ ਕਰਨਾ, ਖਾਣਾ ਪੀਣਾ, ਮੌਜ ਮਸਤੀ ਕਰਦੇ, ਮੇਲੇ ਗੇਲੇ ਵੇਖਦੇ ਹੋਏ ਨਹੀਂ ਆਉਣਾ। ਕਿਉਂਕਿ ਤੀਰਥ ਯਾਤਰਾ ਦੀ ਪਿਆਰਿਓ ਇਹ ਮਰਿਆਦਾ ਹੁੰਦੀ ਹੈ। ਜਦੋਂ ਵੀ ਆਪਾਂ ਤੀਰਥ ਯਾਤਰਾ ਦੇ ਉੱਤੇ ਜਾਂਦੇ ਹਾਂ, ਵਿਸ਼ੇਸ਼ ਕਰਕੇ ਯਾਤਰਾ ਦੇ ਵਿੱਚ ਜਦੋਂ ਵੀ ਜਾਣਾ ਵਾਪਸ ਪਰਤਣਾ, ਤੇ ਮੁੱਖ ਮੰਤਵ ਜਿਹੜਾ ਹੈ ਸਾਡਾ ਤੀਰਥ ਯਾਤਰਾ ਦਾ ਰੱਖਣਾ ਚਾਹੀਦਾ, ਗੁਰੂ ਮਹਾਰਾਜ ਜੀ ਦੇ ਅਸਥਾਨਾਂ ਦੇ ਦਰਸ਼ਨ ਕਰਨੇ। ਤੇ ਜਦੋਂ ਵੀ ਜਾਣਾ ਨਾ ਪਿਆਰਿਓ, ਅੱਜ ਵੀ ਕਈ ਵਾਰੀ ਜਦੋਂ ਸੰਗਤੀ ਤੌਰ ਤੇ ਇਹ ਸੰਗਤ ਦੀਆਂ ਚੌਂਕੀਆਂ ਨਿਕਲਦੀਆਂ ਯਾਤਰਾ ਦੇ ਵਾਸਤੇ ਜਦੋਂ ਨਿਕਲਦੇ ਹਨ, ਕਈ ਵਾਰੀ ਪਿਆਰਿਓ ਵੇਖੀਦਾ ਹੈ ਕਿ ਕਈ ਸੰਗਤਾਂ ਜਦੋਂ ਜਥੇ ਬਣਾ ਕਰਕੇ ਟ੍ਰੇਨਾਂ ਦੇ ਵਿੱਚ ਵੀ ਜਦੋਂ ਆਉਂਦੇ ਨਾ, ਤੇ ਗੁਰੂ ਕੇ ਪਿਆਰੇ ਕੀ ਕਰਦੇ ਹਨ, ਇੱਕ ਦੋ ਬੋਗੀ ਜਿਹੜੀ ਹੈ ਉਹਨੂੰ ਪੂਰਾ ਬੁੱਕ ਕਰ ਲੈਣਾ, ਉਹਦੇ ਵਿੱਚ ਸਪੀਕਰ ਆਦਿਕ ਲਾ ਦਿੰਦੇ ਹਨ, ਤੇ ਕੀਰਤਨ ਕਰਨਾ, ਸ਼ਬਦ ਚੌਂਕੀ ਦਾ ਜਿਹੜਾ ਜਾਪ ਕਰਨਾ, ਆਸਾ ਦੀ ਵਾਰ ਦਾ ਕੀਰਤਨ ਲਾਉਣਾ, ਸੋਦਰ ਦੀ ਚੌਂਕੀ ਲੱਗਦੀ ਹੈ। ਫਿਰ ਬਾਅਦ ਦੇ ਵਿੱਚ ਰਹਿਰਾਸ ਸਾਹਿਬ ਜੀ ਦਾ ਪਾਠ, ਗੁਰਮਤਿ ਵਿਚਾਰਾਂ, ਵਾਰੀ ਵਾਰ ਦੀ ਕੀਰਤਨ ਕਰਨਾ ਹੈ, ਸ਼ਬਦ ਦਾ ਜਾਪ ਕਰਦੇ ਕਰਦੇ ਯਾਤਰਾ ਤੇ ਜਾਣਾ, ਤੇ ਯਾਤਰਾ ਕਰਕੇ ਅਸਥਾਨਾਂ ਦੀ ਉਹ ਵਾਪਸ ਪਰਤ ਕੇ ਇਸ ਤਰ੍ਹਾਂ ਹੀ ਸ਼ਬਦ ਬਾਣੀ ਦਾ ਜਾਪ ਕਰਕੇ ਉਹ ਵਾਪਸ ਜਾਂਦੇ ਹਨ। ਅਸਲ ਦੇ ਵਿੱਚ ਪਿਆਰਿਓ ਇਹ ਹੈ ਅਸਲੀ ਤੀਰਥ ਯਾਤਰਾ। ਕਈ ਵਾਰੀ ਆਪਾਂ ਨਾਮ ਤਾਂ ਦੇ ਦਿੰਦੇ ਹਾਂ ਕਿ ਭਾਈ ਅਸੀਂ ਤੀਰਥ ਯਾਤਰਾ ਤੇ ਚੱਲੇ, ਲੇਕਿਨ ਗੱਡੀਆਂ ਦੇ ਵਿੱਚ ਗਾਣੇ ਲਾ ਕਰਕੇ ਗਾਣੇ ਸੁਣਦੇ ਹੋਏ ਜਾਣਾ, ਤੇ ਰਾਸਤੇ ਦੇ ਵਿੱਚ ਸ਼ਰਾਬ ਕਬਾਬ ਆਦਿਕ ਛਕਦੇ ਛਕਾਉਂਦੇ ਮੌਜ ਮਸਤੀ ਕਰਦੇ ਜਾਣਾ। ਕੋਈ ਸਾਨੂੰ ਪੁੱਛ ਲਵੇ ਕਿ ਭਾਈ ਕਿੱਥੇ ਚੱਲਿਆ ਭਾਈ,
ਮੈਂ ਜੀ ਯਾਤਰਾ ਕਰਨ ਵਾਸਤੇ ਚੱਲਿਆ, ਮੈਂ ਤਾਂ ਹੇਮਕੁੰਟ ਦੀ ਯਾਤਰਾ ਕਰਕੇ ਆਇਆ ਹਾਂ, ਮੈਂ ਤਾਂ ਦਰਬਾਰ ਸਾਹਿਬ ਦੀ ਯਾਤਰਾ ਕਰਕੇ ਆਇਆ। ਭਾਈ ਇਹ ਯਾਤਰਾ ਨਹੀਂ ਹੈ। ਜੇ ਸੱਚਮੁੱਚ ਯਾਤਰਾ ਤੀਰਥਾਂ ਦੀ ਯਾਤਰਾ ਕਰਦੇ, ਉਹ ਮਰਿਆਦਾ ਮੁਤਾਬਕ ਯਾਤਰਾ ਕਰਕੇ ਵਾਪਸ ਆਓ ਤਾਂ ਆਪ ਜੀ ਦੀ ਯਾਤਰਾ ਸਫਲੀ ਹੋਵੇਗੀ। ਇੰਜ ਜਿਹੜਾ ਵੀ ਇਹਨਾਂ ਦੇ ਨਾਲ ਹੋ ਕਰਕੇ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਆਉਂਦਾ, ਇਹ ਸ਼ਬਦ ਚੌਂਕੀ ਕਰਦੇ ਕਰਦੇ ਆਉਂਦੇ ਹਨ। ਚੜਦੇ ਚੜਦੇ ਬੈਲ ਗੱਡੀਆਂ ਦੇ ਵਿੱਚ ਵੀ ਬੈਠ ਕਰਕੇ, ਢੋਲ ਹੋ ਗਿਆ, ਛੈਣੇ ਆਦਿਕ ਲੈ ਕਰਕੇ ਕੀਰਤਨ ਕਰਨਾ, ਸ਼ਬਦ ਬਾਣੀ ਦਾ ਜਾਪ ਕਰਦੇ ਕਰਦੇ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਆਉਣਾ। ਭਵ ਬੰਧਨ ਤੇ ਹੋਏ ਨਿਰਾਰੇ, ਇਸ ਤਰ੍ਹਾਂ ਸੰਸਾਰ ਦੇ ਜੋ ਬੰਧਨਾਂ ਤੋਂ ਇਹ ਨਿਰਾਲੇ ਹੋ ਗਏ। ਸੰਗੀ ਅਪਰ ਅਨੇਕ ਉਧਾਰੇ, ਇਹ ਤਾਂ ਤਰ ਗਏ ਹਨ ਜਿਨੀ ਨਾਮ ਤੇ ਆਇਆ, ਗਏ ਮਸਕਤ ਕਹਾਲ, ਨਾਨਕ ਤੇ ਮੁਖ ਉਜਲੇ, ਹੋਰ ਕੀਤੀ ਛੁੱਟੀ ਨਾਲ। ਕਿਉਂਕਿ ਇਹ ਪਾਠ ਦਾਸ ਨੇ ਜੋ ਬੋਲਿਆ ਹੋਰ ਕੀਤੀ ਛੁੱਟੀ ਨਾਲ, ਇਹ ਮਾਝ ਦੀ ਵਾਰ ਦੇ ਵਿੱਚ ਦੂਜੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਇਹ ਸ਼ਲੋਕ ਆਉਂਦਾ। ਉਹਦੇ ਵਿੱਚ ਹੋਰ ਕੀਤੀ ਛੁੱਟੀ ਨਾਲ, ਜਪਜੀ ਸਾਹਿਬ ਦੇ ਵਿੱਚ ਕੀਤੀ ਛੁੱਟੀ ਨਾਲ ਹੈ, ਤੇ ਮਾਝ ਦੀ ਵਾਰ ਦੇ ਵਿੱਚ ਹੋਰ ਕੀਤੀ ਛੁੱਟੀ ਨਾਲ। ਉਹਨਾਂ ਦੇ ਨਾਲ ਔਰ ਕਈ ਜਿਹੜੇ ਜੀ ਜਿਹੜੇ ਹਨ ਉਹ ਛੁੱਟ ਜਾਂਦੇ ਹਨ, ਉਹਨਾਂ ਦਾ ਉਧਾਰ ਹੋ ਜਾਂਦਾ। ਇੱਕ ਕਾਲੂ ਖੱਤਰੀ ਧਰ ਆਸਾ, ਇਥੋਂ ਪਿਆਰਿਓ ਫਿਰ ਪ੍ਰਕਰਨ ਬਦਲ ਰਿਹਾ, ਦੂਜੇ ਸਿੱਖ ਦੀ ਸਾਖੀ ਆਰੰਭ ਹੋ ਰਹੀ ਹੈ। ਇੱਕ ਜਿਹੜਾ ਭਾਈ ਕਾਲੂ ਉਹਦਾ ਨਾਮ ਹੈ, ਖੱਤਰੀ ਉਹਦੀ ਜਾਤ ਹੈ, ਆਸਾ ਧਾਰਨ ਕਰਕੇ ਮਿਲਿਓ ਆਏ ਸ਼੍ਰੀ ਨਾਨਕ ਪਾਸਾ, ਆ ਕਰਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਭਾਈ ਕਾਲੂ ਖੱਤਰੀ ਨੇ ਮਿਲਣਾ ਕੀਤਾ। ਦਵੈ ਕਰ ਜੋਰ ਬੰਦਨਾ ਠਾਨੀ, ਦੋਵੇਂ ਹੱਥ ਜੋੜ ਕਰਕੇ ਚਰਨਾਂ ਦੇ ਉੱਤੇ ਬੰਦਨਾ ਕੀਤੀ। ਬੈਠ ਸਮੀਪ ਭਨੀ ਪੁਨ ਬਾਨੀ, ਲਾਗੇ ਬੈਠ ਕਰਕੇ ਬਹੁਤ ਮਧੁਰਾਣੀ ਬਾਣੀ ਜਿਹੜੀ ਹੈ ਮਹਾਰਾਜ ਜੀ ਦੇ ਚਰਨਾਂ ਵਿੱਚ ਉਚਾਰਨ ਕੀਤੀ ਹੈ। ਸਨਮੁਖ ਮਨਮੁਖ ਲਛਣ ਜੀ, ਕਹਿੰਦਾ ਸਤਿਗੁਰੂ ਮਹਾਰਾਜ ਕਿਰਪਾ ਕਰੋ, ਕੌਣ ਸੋ ਸਨਮੁਖ, ਕੌਣ ਵੇਮੁਖੀਆ। ਸਨਮੁਖ ਕੌਣ ਹੈ ਤੇ ਵੇਮੁਖ ਮਨਮੁਖ ਕੌਣ ਹੈ, ਮਹਾਰਾਜ ਇਹਦੇ ਲੱਛਣ ਦੱਸੋ। ਕਰੁਣਾ ਕਰਹੁ ਉਚਾਰਹੁ ਤੇ, ਕਰੁਣਾ ਕਰਕੇ ਕਿਰਪਾ ਕਰਕੇ ਮਹਾਰਾਜ ਸਨਮੁਖ ਤੇ ਮਨਮੁਖ ਦੇ ਬਾਬਤ ਆਪ ਜੀ ਸਾਨੂੰ ਦੱਸਣਾ ਕਰੋ। ਸੁਨ ਕੇ ਸ੍ਰੀ ਗੁਰ ਗਿਰਾ ਅਲਾਈ, ਸੁਣ ਕਰਕੇ ਸ੍ਰੀ ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਗਿਰਾ ਬਚਨ ਉਚਾਰਨ ਕੀਤਾ। ਕਲਮਲ ਤੇ ਜਿਨ ਕੰਡ ਫਿਰਾਈ, ਸਤਿਗੁਰੂ ਮਹਾਰਾਜ ਜੀ ਨੇ ਕਿਹਾ ਨਾ ਕਲਮਲ, ਕਲਮਲ ਦਾ ਭਾਵ ਕਿ ਪਾਪਾਂ ਤੋਂ ਜਿਨ੍ਹਾਂ ਨੇ ਕੰਡ ਫੇਰ ਦਿੱਤੀ ਹੈ। ਕੰਡ ਦਾ ਮਤਲਬ ਕੰਡ ਦੇ ਦੇਣਾ, ਪਿੱਠ ਦੇ ਦੇਣਾ, ਭਾਵ ਕਿ ਜਿਹਦੇ ਵੱਲ ਆਪਾਂ ਮੂੰਹ ਮੋੜ ਦਿੰਦੇ ਆ। ਕੋਈ ਕੰਮ ਕਰਨਾ ਹੋਵੇ ਤੇ ਉਹਦੇ ਵੱਲ ਸਾਡਾ ਮੂੰਹ ਹੁੰਦਾ, ਜੇ ਕਿੱਥੇ ਜਾਣਾ ਹੋਵੇ ਤਾਂ ਉਹਦੇ ਵੱਲ ਆਪਣਾ ਮੂੰਹ ਹੁੰਦਾ, ਲੇਕਿਨ ਕਿੱਥੋਂ ਆਪਾਂ ਨਹੀਂ ਜਾਣਾ ਚਾਹੁੰਦੇ ਆ ਉਹਦੇ ਵੱਲ ਆਪਾਂ ਕੰਡ ਦੇ ਦਿੰਦੇ ਆ, ਭਾਵ ਕਿ ਪਿੱਠ ਦੇ ਦਿੰਦੇ ਆ। ਜੇ ਸਮਝ ਲਿਓ ਕੋਈ ਸ਼ਰਾਬ ਦੇ ਠੇਕੇ ਤੇ ਜਾਣਾ ਚਾਹੁੰਦਾ ਸ਼ਰਾਬ ਛਕਣ ਵਾਸਤੇ, ਉਹ ਤਾਂ ਮੂੰਹ ਜਿਹੜਾ ਉਹਦਾ ਮੂੰਹ ਸ਼ਰਾਬ ਦੇ ਠੇਕੇ ਵੱਲ ਹੋਵੇਗਾ, ਲੇਕਿਨ ਜਦੋਂ ਉਹਨੇ ਤੋਬਾ ਕਰ ਲਈ, ਆ ਨਸ਼ੇ ਪੱਤੇ ਤੋਂ ਮੁਕਤ ਹੋ ਗਿਆ, ਤਾਂ ਫਿਰ ਉਹਦੇ ਵੱਲ ਮੂੰਹ ਨਹੀਂ ਕਰਦਾ, ਉਹਦੇ ਵੱਲ ਉਹ ਪਿੱਠ ਦੇ ਦਿੰਦਾ। ਭਾਵ ਕਿ ਬੁਰੇ ਕੰਮਾਂ ਤੋਂ ਜਿਹੜਾ ਬੰਦਾ ਪਿੱਠ ਦੇ ਦਿੰਦਾ, ਕੰਡ ਦੇ ਦਿੰਦਾ। ਸੁਕ੍ਰਿਤ ਸਾਮੂਹ ਸਾਖੀ ਬ੍ਰਿਤ ਕੋ, ਤੇ ਸੁਕ੍ਰਿਤ ਸਾਮੂਹ ਹੈ, ਕੋਈ ਵੀ ਚੰਗਾ ਕੰਮ ਕਰਦਾ ਨਾ ਤੇ ਉਹਨੂੰ ਸਾਹਮਣੇ ਹੋ ਕਰਕੇ ਅਗਲਵੰਡੀ ਹੋ ਕਰਕੇ ਕਰਦਾ। ਲੇਕਿਨ ਸਾਡੀ ਪਿਆਰਿਓ ਹਾਲਾਤ ਮਹਾਰਾਜ ਜੀ ਨੇ ਦੱਸਣੀ ਕੀਤੀ ਕਿ ਬੁਰੇ ਕਾਮ ਕਾ ਊਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਬੁਰਾ ਕੰਮ ਕਰਨਾ ਹੋਵੇ ਤੇ ਆਪਾਂ ਉੱਠ ਕਰਕੇ ਛਾਲ ਮਾਰ ਕਰਕੇ ਖੜ ਜਾਂਦੇ ਆ, ਲੇਕਿਨ ਚੰਗਾ ਕੰਮ ਕਰਨਾ, ਚੰਗਿਆਈ ਆਲਕ ਕਰੇ ਬੁਰਿਆਈ ਹੋਵੇ ਸ਼ੇਰ। ਜਦੋਂ ਕੋਈ ਚੰਗਾ ਕੰਮ ਕਰਨਾ ਆਲਸ ਕਰ ਜਾਂਦੇ ਆ, ਟਾਲ ਦਿੰਦੇ ਆ, ਲੇਕਿਨ ਬੁਰਾ ਕੰਮ ਕਰਨਾ ਤੇ ਜਿਸ ਤਰ੍ਹਾਂ ਸ਼ੇਰ ਸ਼ਿਕਾਰ ਦੇ ਉੱਤੇ ਇੱਕਦਮ ਭਬਕ ਕਰਕੇ ਝਪੱਟਾ ਮਾਰਦਾ ਖੜਾ ਹੋ ਜਾਂਦਾ, ਇਸ ਤਰ੍ਹਾਂ ਆਪਾਂ ਖੜੇ ਹੋ ਜਾਂਦੇ। ਲੇਕਿਨ ਇਹ ਗੁਰਮੁਖਾਂ ਦੀ ਰੀਤ ਨਹੀਂ ਹੈ। ਗੁਰਮੁਖ ਕੀ ਕਰਦੇ ਹਨ, ਕੋਈ ਗਲਤ ਕੰਮ ਕਰਨਾ ਤੇ ਉਹਨੂੰ ਟਾਲ ਦਿੰਦੇ ਹਨ, ਉਹਦੇ ਵੱਲ ਕੰਡ ਦੇ ਦਿੰਦੇ। ਕੋਈ ਚੰਗਾ ਕੰਮ ਕਰਨਾ, ਕਾਲ ਕਰੰਤਾ ਅਬਹਿ ਕਰ ਅਬ ਕਰਤਾ ਸੋਈ ਤਾਲ, ਪਾਸ਼ਾ ਕਛੂ ਨਾ ਹੋਈ ਹੈ ਜੋ ਸਿਰ ਪਰ ਆਵੇ ਕਾਲ।
ਤੇ ਸਾਖੀ ਬਿਰਤੀ ਨੂੰ ਉਹ ਧਾਰਨ ਕਰਦੇ। ਸੁਨਹਿ ਸ਼ਬਦ ਗੁਰ ਥਿਤ ਕਰ ਚਿਤ ਕੋ। ਜਦੋਂ ਵੀ ਉਹ ਗੁਰੂ ਘਰ ਦੇ ਵਿੱਚ ਆਉਂਦੇ ਨਾ ਤੇ ਗੁਰੂ ਕਾ ਸ਼ਬਦ ਜਿਹੜਾ ਹੈ ਉਹਨੂੰ ਚਿੱਤ ਲਾ ਕਰਕੇ ਉਹਨੂੰ ਸਰਵਣ ਕਰਦੇ ਹਨ। ਲਛਨ ਚਤਰ ਅਪਰ ਹੈ ਜੋਏ। ਨਾਲ ਮਹਾਰਾਜ ਜੀ ਨੇ ਕਿਹਾ ਔਰ ਜਿਹੜੇ 4 ਲੱਛਣ ਹਨ ਭਾਈ, ਸੁਨਹੁ ਪ੍ਰੀਤ ਕਰ ਉਚਰੈ ਸੋਏ। ਉਹ ਵੀ ਅਸੀਂ ਉਚਾਰਨ ਕਰਦੇ ਆ। ਜੋ ਸਨਮੁਖ ਹੁੰਦਾ ਹੈ, ਗੁਰਮੁਖ ਹੁੰਦਾ, ਉਹਦੇ ਔਰ 4 ਲੱਛਣ ਅਸੀਂ ਦੱਸਦੇ ਆ। ਉਹਨੂੰ ਵੀ ਭਾਈ ਕਾਲੂ ਤੂੰ ਸਰਵਣ ਕਰਨਾ ਕਰ। ਦੋਹਰਾ ਮੈਤ੍ਰਿਯ ਕਰੁਣਾ ਦਵੈ ਲਖੋ ਮੁਦਤਾ ਤੀਜੀ ਜਾਨ। ਇਹ 4ਾਂ ਦੇ ਵਿੱਚ ਮਹਾਰਾਜ ਜੀ ਨੇ ਦੱਸਿਆ, ਇੱਕ ਤਾਂ ਮੈਤਰੀ ਭਾਵ ਹੈ, ਕਰੁਣਾ ਭਾਵ ਹੈ, ਮੁਦਿਤਾ ਭਾਵ ਇਹ ਤੀਜਾ ਹੈ। ਚਤੁਰ ਉਪੇਖਿਆ ਜਿਸ ਬਿਖੈ ਸਨਮੁਖ ਸੇ ਪਹਿਚਾਨ। ਚੌਥਾ ਜਿਹੜਾ ਜਿਹਦੇ ਵਿੱਚ ਉਪੇਖਿਆ ਆ ਜਾਵੇ, ਉਪੇਖਿਆ ਇਹਦੇ ਵਿੱਚ ਬਚਨ ਕੀਤਾ, ਲੇਕਿਨ ਸੰਸਕ੍ਰਿਤੀ ਦਾ ਇਹ ਸ਼ਬਦ ਹੈ, ਉਹਦੇ ਵਿੱਚ ਉਪੇਖਿਆ ਬੋਲਦੇ ਹਨ। ਇੱਕ ਹੁੰਦਾ ਹੈ ਅਪੇਖਾ, ਜਿਹਦੇ ਨਾਲ ਆਪਾਂ ਕੁਝ ਅਪੇਖਾ ਰੱਖਦੇ ਆ। ਇੱਕ ਹੁੰਦਾ ਹੈ ਉਪੇਖਾ, ਅਪੇਖਾ ਤੋਂ ਵਿਪਰੀਤ। ਸਤਿਗੁਰੂ ਮਹਾਰਾਜ ਜੀ ਨੇ ਕਿਹਾ ਉਪੇਖਿਆ ਜੋ ਹੈ ਇਹ 4 ਇਹ ਸਨਮੁਖ ਜਿਹੜੇ ਗੁਰੂ ਕੇ ਸਨਮੁਖ ਹੁੰਦੇ ਹਨ, ਉਹਨਾਂ ਨੂੰ ਉਹਨਾਂ ਦੇ ਅੰਦਰ ਇਹ ਗੁਣ ਤੁਸੀਂ ਪਹਿਚਾਨਣਾ ਕਰੋ। ਸੋ ਪਈ ਕਾਲੂ ਕਹਿਓ ਨਾ ਜਾਣਿਓ ਜਾਏ। ਸਤਿਗੁਰੂ ਮਹਾਰਾਜ ਜੀ ਦਾ ਬਚਨ ਸੁਣ ਕਰਕੇ ਭਾਈ ਕਾਲੂ ਕਹਿਣ ਲੱਗਾ, ਮਹਾਰਾਜ ਆਪ ਜੀ ਨੇ ਤਾਂ ਬੜੀ ਆਸਾਨੀ ਦੇ ਨਾਲ ਕਹਿ ਦਿੱਤਾ, ਮੈਤਰੀ ਹੋ ਗਿਆ, ਕਰੁਣਾ ਹੋ ਗਿਆ, ਮੁਦਿਤਾ, ਉਪੇਖਿਆ, ਲੇਕਿਨ ਮਹਾਰਾਜ ਸਿਰਫ ਸ਼ਬਦਾਂ ਦੇ ਨਾਲ ਇਹਨੂੰ ਮੈਂ ਨਹੀਂ ਜਾਣ ਸਕਦਾ ਹਾਂ। ਕਿਰਪਾ ਕਰਕੇ ਇਹਦਾ ਵਿਸ਼ਲੇਸ਼ਣ ਕਰਕੇ ਸਾਨੂੰ ਦੱਸਣਾ ਕਰੋ। ਅਰਥ ਖੋਲ ਦੀਜੈ ਸਮਝਾਈ। ਅਰਥ ਨੂੰ ਖੋਲ ਕਰਕੇ ਸਾਨੂੰ ਸਮਝਾਉਣਾ ਕਰੋ ਮਹਾਰਾਜ, ਤਾਂ ਜਾ ਕਰਕੇ ਸਾਨੂੰ ਪਤਾ ਲੱਗੇਗਾ ਕਿ ਭਾਈ ਇਹ ਕੀ ਹਨ ਕਰਕੇ। ਸੁਨ ਸ਼੍ਰੀ ਮੁਖ ਸੋਂ ਬਚਨ ਅਲਾਇਆ। ਸੁਣ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਸ੍ਰੀ ਮੁਖਾਰ ਬਿੰਦ ਤੋਂ ਬਚਨ ਉਚਾਰਨ ਕੀਤਾ। ਮੈਤਰੀ ਅਰਥ ਮੀਤ ਸਮੁਦਾਇਆ। ਮੈਤਰੀ ਅਰਥ, ਮੈਤਰੀ ਦਾ ਮਤਲਬ ਕਿ ਇਹ ਮੈਤਰੀ ਭਾਵ ਹੋਣਾ, ਤੇ ਉਹਦਾ ਇਹ ਮਤਲਬ ਹੈ ਕਿ ਮੀਤ ਸਮੁਦਾਇਆ, ਸਾਰਿਆਂ ਨੂੰ ਆਪਣਾ ਮਿੱਤਰ ਬਣਾਉਣਾ। ਮਹਾਰਾਜ ਜੀ ਨੇ ਕਿਹਾ ਨਾ ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ, ਦੂਰ ਪਰਾਇਓ ਮਨ ਕਾ ਬਿਰਹਾ, ਤਾਂ ਮੇਲ ਕੀਓ ਮੇਰੇ ਰਾਜਨ, ਬਿਨਸਿਓ ਡੀਠਾ ਅੰਮ੍ਰਿਤ ਬੂਠਾ, ਸ਼ਬਦ ਲਗੋ ਗੁਰ ਮੀਠਾ। ਇਹ ਜੋ ਹੈ ਮਹਾਰਾਜ ਜੀ ਨੇ ਅਵਸਥਾ ਦੱਸੀ ਹੈ, ਇਹ ਮੈਤਰੀ ਭਾਵ ਹੈ। ਸਾਰਿਆਂ ਨੂੰ ਆਪਣਾ ਮਿੱਤਰ ਬਣਾ ਲੈਣਾ ਹੈ। ਸਭ ਕੋ ਮੀਤ ਹਮ ਆਪਨ ਕੀਨਾ, ਸਾਰਿਆਂ ਨੂੰ ਆਪਣਾ ਮਿੱਤਰ ਬਣਾ ਲੈਣਾ। ਫਿਖੈ ਸੁਖੀ ਕਹਿ ਨਿਜ ਸੁਖ ਜਾਣੈ। ਕਿਉਂਕਿ ਅੱਗੇ ਮਹਾਰਾਜ ਜੀ ਦੱਸਦੇ ਹਨ, ਇਹ ਮੈਤਰੀ ਭਾਵ ਦਾ ਵਿਸ਼ਲੇਸ਼ਣ ਕਰਦੇ ਹਨ। ਫਿਖੈ ਸੁਖੀ ਕਹਿ ਨਿਜ ਸੁਖ ਜਾਣੈ, ਭਾਵ ਕਿ ਕੋਈ ਬੰਦਾ ਜਦੋਂ ਆਨੰਦ ਦੇ ਵਿੱਚ ਹੋਵੇ, ਸੁਖੀ ਹੋਵੇ, ਤੇ ਉਹਨੂੰ ਸੁਖੀਏ ਕੋ ਪੇਖੈ ਸਭ ਸੁਖੀਆ, ਰੋਗੀ ਕਹਿ ਭਾਣੈ ਸਭ ਰੋਗੀ। ਮਹਾਰਾਜ ਜੀ ਨੇ ਕਿਹਾ ਨਾ ਕਿ ਦੂਜੇ ਨੂੰ ਸੁਖੀ ਵੇਖ ਕਰਕੇ ਆਪਾਂ ਵੀ ਸੁਖੀ ਹੋਣਾ ਚਾਹੀਦਾ। ਪਰ ਸੁਖ ਦੇਖ ਨਾ ਈਰਖਾ ਠਾਨੈ। ਪਰਾਏ ਦਾ ਸੁਖ ਦੇਖ ਕਰਕੇ ਈਰਖਾ ਨਹੀਂ ਕਰਨੀ ਚਾਹੀਦੀ ਹੈ। ਆਪਾਂ ਕੀ ਕਰਦੇ ਆ, ਜਦੋਂ ਪਿਆਰਿਓ ਕਈ ਵਾਰੀ ਕੀ ਹੁੰਦਾ, ਕਿਹਦੇ ਨਾਲ ਕੋਈ ਸਾਦਾ ਲੈਣਾ ਦੇਣਾ ਨਹੀਂ ਹੁੰਦਾ, ਕੋਈ ਪ੍ਰਤੀਸਪਰਧਾ ਨਹੀਂ ਹੁੰਦੀ ਹੈ, ਲੇਕਿਨ ਅਗਲਾ ਬੰਦਾ ਆਨੰਦ ਦੇ ਵਿੱਚ ਹੈ, ਸੁਖ ਦੇ ਵਿੱਚ ਹੈ, ਬਸ ਇਹਦੇ ਨਾਲ ਹੀ ਪਿਆਰਿਓ ਮਨ ਵਿੱਚ ਅੱਗ ਲੱਗ ਜਾਂਦੀ ਹੈ। ਵਿਅਰਥ ਦੇ ਵਿੱਚ, ਫਾਲਤੂ ਦੇ ਵਿੱਚ ਆਪਾਂ ਉਹਦੇ ਨਾਲ ਈਰਖਾ ਕਰਦੇ ਆ, ਆਪਾਂ ਉਹਦੇ ਨਾਲ ਦਵੈਸ਼ ਕਰਦੇ ਆ ਕਿ ਭਾਈ ਮੈਂ ਦੁਖੀ ਆ, ਆਹ ਫਲਾਣਾ ਜਿਹੜਾ ਕਿਉਂ ਬੰਦਾ ਸੁਖੀ ਹੈ। ਕਹਿੰਦੇ ਇੱਕ ਵਾਰੀ 2 ਜਿਹੜੇ ਹਨ ਮਿੱਤਰ ਸਨ, ਤੇ ਉਹ ਦੋਵੇਂ ਪਿਆਰਿਓ ਇੱਕ ਸਾਥ ਪੜ੍ਹਦੇ ਸਨ, ਤੇ ਬਹੁਤ ਜ਼ਿਆਦਾ ਆਪਸ ਦੇ ਵਿੱਚ ਪ੍ਰੇਮ ਸੀ ਉਹਨਾਂ ਦਾ। ਇੱਕ ਜਿਹੜਾ ਹੈ ਪਾਸ ਹੋ ਗਿਆ, ਦੂਜਾ ਜਿਹੜਾ ਹੈ ਉਹ ਅਵਲ ਦਰਜੇ ਦੇ ਵਿੱਚ ਪਾਸ ਹੋ ਗਿਆ, ਤੇ ਦੂਜਾ ਮਿੱਤਰ ਜਿਹੜਾ ਹੈ ਉਹਨੂੰ ਈਰਖਾ ਲੱਗ ਗਈ। ਉਹਨੂੰ ਲੱਗਿਆ ਕਿ ਭਾਈ ਪਾਸ ਤਾਂ ਮੈਂ ਵੀ ਹੋ ਗਿਆ, ਲੇਕਿਨ ਇਹ ਮੇਰੇ ਤੋਂ ਅੱਗੇ ਨਿਕਲ ਗਿਆ। ਇਹੀ ਹੁੰਦਾ ਹੈ ਭਾਵ ਕਿ ਅਗਲਾ ਬੰਦਾ ਜਦੋਂ ਅੱਗੇ ਨਿਕਲ ਜਾਵੇ, ਕਰਦੇ ਆ, ਮਹਾਰਾਜ ਜੀ ਨੇ ਕਿਹਾ ਉਹਦਾ ਤਿਆਗ ਕਰਨਾ ਹੈ। ਵਿਦਿਆ ਕਿਧੋਂ ਦਰਬ ਨਿਜ ਪਾਸਾ। ਜੇ ਬੰਦੇ ਦੇ ਕੋਲ ਵਿਦਿਆ ਹੋਵੇ, ਨਾਲ ਬੰਦੇ ਕੋਲ ਮਾਇਆ, ਇਹ 2 ਚੀਜ਼ਾਂ ਹਨ। ਇੱਕ ਤਾਂ ਵਿਦਿਆ ਜਾਂ ਤਾਂ ਮਾਇਆ ਹੋਵੇ।
ਤਹਿ ਸੋ ਪਰ ਕੋ ਦੇ ਸੁਖ ਰਸ। ਇਹਦੇ ਨਾਲ ਆਪਾਂ ਦੂਜੇ ਨੂੰ ਸੁੱਖ ਦੇਣਾ ਚਾਹੀਦਾ। ਲੇਕਿਨ ਪਿਆਰਿਓ, ਆਪਾਂ ਕੀ ਵੇਖਦੇ ਆ ਆਮ ਸੰਸਾਰ ਦੇ ਵਿੱਚ, ਜਿਹਦੇ ਕੋਲ ਬਹੁਤ ਜ਼ਿਆਦੀ ਮਾਇਆ ਆ ਜਾ ਨਾ ਸੁਣਈ ਬਹੁ ਰੋਲ ਕਚੋਲਾ, ਉਹ ਕੀ ਕਰਦਾ, ਸੁਣਦਾ ਹੀ ਨਹੀਂ ਹੈ, ਉਹ ਆਪਣਾ ਹੀ ਰੋਲ ਕਚੋਲ ਪਾਈ ਜਾਂਦਾ। ਤੇ ਮਾਇਆ ਧਾਰੀ ਹੋਵੇ ਜਾਂ ਕਿਹੜੇ ਹੁੰਦੇ ਹਨ ਵਿਦਿਆ ਧਾਰ ਹੁੰਦੇ, ਬਹੁਤ ਵੱਡੇ ਵਿਦਵਾਨ ਹੁੰਦੇ ਹਨ, ਤੇ ਸਤਿਗੁਰੂ ਮਹਾਰਾਜ ਜੀ ਨੇ ਬਚਨ ਕਰਨਾ ਕੀਤਾ, ਕਿਹਾ ਕਿ ਉਹਨਾਂ ਦੇ ਕੋਲ ਮਾਇਆ ਵਿਦਿਆ ਹੋਵੇ, ਵਿਦਿਆ ਦਾ ਖਜ਼ਾਨਾ ਹੋਵੇ, ਉਹ ਛੇਤੀ ਕੀਤਿਆਂ ਪਿਆਰਿਓ ਵਿਦਿਆ ਨੂੰ ਨਹੀਂ ਮੰਨਦੇ ਹਨ। ਤੇ ਅਕਸਰ ਆਪਾਂ ਵੇਖਦੇ ਹਾਂ ਕਿ ਮਾਇਆ ਜਿਹਦੇ ਕੋਲ ਜ਼ਿਆਦੀ ਆ ਜਾਵੇ, ਉਹ ਲੋਕਾਂ ਦਾ ਸ਼ੋਸ਼ਣ ਕਰਦੇ ਹਨ। ਕਿਸੇ ਜ਼ਮਾਨੇ ਦੇ ਵਿੱਚ ਕਿਹਾ ਜਾਂਦਾ ਸੀ, ਬਹੁਤ ਵੱਡੇ ਅੰਗਰੇਜ਼ੀ ਵਿਚਾਰਵਾਨ ਨੇ ਬਚਨ ਕੀਤਾ, ਤੇ ਹੈਨਰੀ ਫੋਰਡ ਨੇ ਕਿਹਾ ਸੀ ਕਿ ਸੰਸਾਰ ਜਿਹੜਾ ਹੈ ਅਸਿੱਖਿਤ ਹੈ, ਲੋਕ ਪੜ੍ਹੇ ਲਿਖੇ ਨਹੀਂ ਹਨ, ਇਸ ਕਰਕੇ ਜਿਹੜੇ ਲੋਕਾਂ ਦਾ ਸ਼ੋਸ਼ਣ ਹੁੰਦਾ। ਉਹਨੇ ਕਹਿ ਦਿੱਤਾ ਕਿ ਜਦੋਂ ਸਾਰਾ ਸਮਾਜ ਪੜ੍ਹਾ ਲਿਖਾ ਹੋ ਜਾਵੇ, ਕੋਈ ਬੰਦਾ ਕਿਹਦਾ ਸ਼ੋਸ਼ਣ ਨਹੀਂ ਕਰ ਸਕਦਾ, ਸਾਰੇ ਹੁਸ਼ਿਆਰ ਹੋ ਜਾਣਗੇ। ਜਦੋਂ ਪਿਆਰਿਓ ਅੱਜ ਆਪਾਂ ਦੇਖਦੇ ਹਾਂ ਸਾਖਰਤਾ ਦੀ ਦਰ ਜਿਹੜੀ ਹੈ ਪੂਰੇ ਇੰਡੀਆ ਦੇ ਵਿੱਚ 90 to 95% ਤੱਕ ਸਾਖਰਤਾ ਅਭਿਆਨ ਜਿਹੜਾ ਅੱਗੇ ਵੱਧ ਗਿਆ। ਲੋਕੀ ਪੜ੍ਹਨਾ ਲਿਖਣਾ ਜਾਣਦੇ ਹਨ, ਲੇਕਿਨ ਜਿੰਨੀ ਬੇਈਮਾਨ ਜਗਤ ਦਾ ਭਲਾ ਕਰਦੇ ਹਨ, ਕਦੇ ਕਿਹਦਾ ਬੁਰਾ ਨਹੀਂ ਚਿਤਵਦੇ, ਨਾ ਕਿਹਦਾ ਕੋਈ ਉਹ ਬੁਰਾ ਕਰਦੇ। ਕੇ ਲੱਛਣ ਇਹ ਕਰੈ ਨ ਕਹਿ ਮਨ ਭੰਗ। ਇਹ ਜਿਹੜਾ ਹੈ ਮੈਤਰੀ ਦੇ ਲੱਛਣ ਹਨ, ਉਹ ਕਿਹਦਾ ਮਨ ਭੰਗ ਨਹੀਂ ਕਰਦੇ ਹਨ। ਇੱਕ ਫਿੱਕਾ ਨਾ ਗਾ ਲਾਏ, ਸਭਨਾ ਮੈਂ ਸੱਚਾ ਧਣੀ, ਹਿਆਉ ਨਾ ਕਹਿ ਠਾਏ, ਮਾਣਕ ਸਭ ਅਮੋਲ ਵੇ। ਕਿ ਕਿਹਦਾ ਦਿਲ ਨਾ ਤੋੜਨਾ ਕਰ, ਦਿਲ ਨੂੰ ਨਾ ਦਿਖਾਉਣਾ ਕਰ, ਕਿਉਂਕਿ ਸਾਰੇ ਦਿਲਾਂ ਦੇ ਵਿੱਚ ਰੱਬ ਵਸਦਾ ਹੈ, ਪ੍ਰਮਾਤਮਾ ਵਸਦਾ। ਆਪਾਂ ਕੀ ਕਰਦੇ ਹਾਂ, ਮੈਤਰੀ ਭਾਵ ਸਾਡੇ ਅੰਦਰ ਵੀ ਹੁੰਦੀ ਹੈ, ਲੇਕਿਨ ਇੱਕ ਬੰਦਾ ਉਹ ਆਪਣੇ ਪਰਿਵਾਰ ਦਾ ਭਲਾ ਸੋਚਦਾ, ਆਪਣੇ ਰਿਸ਼ਤੇਦਾਰਾਂ ਦਾ ਭਲਾ ਮਨਾਉਂਦਾ, ਕੋਈ ਦੂਜਾ ਭੋਲੇ ਭਾਲੇ ਰਹਿੰਦੇ ਹਨ, ਸਿੱਧੇ ਸਾਦੇ ਹੁੰਦੇ, ਤੇ ਦਿਮਾਗ ਕਰਕੇ ਜਿਹਦਾ ਦਿਮਾਗ ਘੱਟ ਹੋਵੇ, ਤਰ੍ਹਾਂ ਦੇ ਲੋਕ ਹਨ, ਉਹਨਾਂ ਨੂੰ ਆਪਣਾ ਛੋਟਾ ਭਰਾ ਜਾਂ ਆਪਣੇ ਬੱਚੇ ਉਹਨਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ, ਤੇ ਉਹਨਾਂ ਨੂੰ ਅੱਗੇ ਵਧਾਉਣਾ ਚਾਹੀਦਾ। ਕੋਈ ਆਪਣੇ ਤੋਂ ਵਿਦਿਆ ਦੇ ਵਿੱਚ ਘੱਟ ਹੈ, ਆਪਣੀਆਂ ਕਈ ਥਾਵਾਂ ਤੇ ਪਿਆਰ ਕੀ ਕਰਦੇ, ਜਦੋਂ ਜਿਨ੍ਹਾਂ ਨੂੰ ਇਲਾਕੇ ਵਿੱਚ ਛੋਟੇ ਕਸਬੇ ਹੁੰਦੇ ਹਨ, ਉਹਨੂੰ ਫਿਰ ਭੈ ਹੁੰਦਾ, ਉਹਨੂੰ ਲੱਗਦਾ ਕਿ ਭਾਈ ਮੈਂ ਜੇ ਗੁਰਬਾਣੀ ਦੂਜਿਆਂ ਨੂੰ ਪੜ੍ਹਾ ਦਿੱਤੀ, ਇਹ ਵੀ ਪੜ੍ਹ ਲੈਣਗੇ ਤੇ ਮੇਰੀ ਮਹਾਨਤਾ ਘਟ ਜਾਵੇਗੀ। ਉਹ ਫਿਰ ਲੋਕਾਂ ਦੇ ਵਿੱਚ ਭਰਮ ਪਾ ਦਿੰਦੇ, ਨਹੀਂ ਭਾਈ ਤੂੰ ਗੁਰਬਾਣੀ ਨਹੀਂ ਪੜ੍ਹ ਸਕਦਾ, ਆਪਣੀ ਮਾਨਤਾ ਵਧਾਉਣ ਦੇ ਵਾਸਤੇ। ਕਈ ਥਾਵਾਂ ਤੇ ਪਿਆਰਿਓ ਅਸਾਂ ਨੇ ਇਹ ਆਪਣੇ ਅੱਖਾਂ ਦੇ ਨਾਲ ਤੱਕਣਾ ਕੀਤਾ, ਵੇਖਿਆ ਹੈ ਇਲਾਕੇ ਦੇ ਵਿੱਚ, ਤੇ ਕਈਆਂ ਨੂੰ ਆਉਂਦਾ ਸੀ ਪਾਠ ਕਰਨਾ ਜਾਂ ਦਸਮ ਗ੍ਰੰਥ ਸਾਹਿਬ ਜੀ ਦਾ ਆਦਿਕ, ਤੇ ਫਿਰ ਜਦੋਂ ਕੋਈ ਬੰਦਾ ਕਹਿੰਦਾ ਸੀ ਉਹਨਾਂ ਨੂੰ ਕਿ ਭਾਈ ਸਾਨੂੰ ਵੀ ਦਸਮ ਦੀ ਸੰਥਿਆ ਕਰਾਓ, ਉਹ ਲੋਕਾਂ ਨੂੰ ਡਰਾ ਦਿੰਦੇ, ਨਹੀਂ ਭਾਈ ਦਸਮ ਦੀ ਬਾਣੀ ਬੜੀ ਖਤਰਨਾਕ ਹੁੰਦੀ, ਚੰਡੀ ਚੜ ਜਾਂਦੀ ਹੈ, ਬੰਦੇ ਨੂੰ ਮਾਰ ਦਿੰਦੀ, ਕੁਛ ਵੀ ਊਲ ਫਜੂਲ ਉਹਨਾਂ ਨੂੰ ਕਹਿ ਕਰਕੇ ਕਸਰਤ ਕਰਦਾ, ਮੈਂ ਵੀ ਜਿਹੜਾ ਵਾਕਿੰਗ ਆਦਿ ਕਰਦਾ, ਚੱਲ ਤੂੰ ਵੀ ਮੇਰੇ ਨਾਲ ਚੱਲਣਾ ਕਰ, ਆਪਣਾ ਸਿਹਤ ਤੂੰ ਆਪਣਾ ਸਰੀਰ ਬਣਾਉਣਾ ਕਰ। ਜਾਂ ਮਤ ਕਰਕੇ ਜਿਹੜੇ ਛੋਟੇ ਹੁੰਦੇ ਉਹਨਾਂ ਨੂੰ ਪੜ੍ਹਾਈ ਲਿਖਾਈ ਕਰਾ ਕਰਕੇ ਉਹਨਾਂ ਨੂੰ ਵੀ ਬਰਾਬਰਤਾ ਦਾ ਉਹਨਾਂ ਨੂੰ ਦਰਜਾ ਦਿੰਦੇ ਹਨ।
ਇਹੋ ਜਿਹਾ ਉਹਨਾਂ ਦਾ ਕਰਮ ਹੁੰਦਾ। ਜਿਸ ਤਰ੍ਹਾਂ ਕਿ ਇੱਕ ਵੱਡਾ ਭਰਾ ਆਪਣੇ ਛੋਟੇ ਭਰਾ ਨੂੰ ਨਾਲ ਲੈ ਕਰਕੇ ਚੱਲਦਾ, ਉਹਦੀ ਮਦਦ ਕਰਦਾ। ਇੱਕ ਪਿਤਾ ਆਪਣੇ ਬੱਚੇ ਦੀ ਕਿਸ ਤਰ੍ਹਾਂ ਪਾਲਣਾ ਕਰਦਾ, ਇਸ ਤਰ੍ਹਾਂ ਆਪਣਿਆਂ ਤੋਂ ਛੋਟਿਆਂ ਦੀ ਪਾਲਣਾ ਕਰਨੀ ਚਾਹੀਦੀ। ਇਹ ਗੁਰਮੁਖਾਂ ਦੇ ਇਹ ਸਨਮੁਖ ਦੇ ਲੱਛਣ ਹਨ। ਲਘ ਕੋ ਦੇਖ ਗਰਬ ਨਹਿ ਕਰਹੀ। ਕਦੇ ਵੀ ਆਪਣੇ ਤੋਂ ਛੋਟੇ ਨੂੰ ਵੇਖ ਕਰਕੇ ਗਰਬ ਨਹੀਂ ਕਰਨਾ ਚਾਹੀਦਾ, ਅਹੰਕਾਰ ਨਹੀਂ ਕਰਨਾ ਚਾਹੀਦਾ। ਇਸ ਕੋ ਕਰੁਣਾ ਸੰਤ ਉਚਰਹੀ। ਮਹਾਰਾਜ ਜੀ ਨੇ ਕਿਹਾ, ਪਹਿਲੇ ਤਾਂ ਕਿਹਾ ਸੀ ਨਾ ਕਿ ਭਾਈ ਮੈਤਰੀ ਭਾਓ, ਉਸ ਤੋਂ ਬਾਅਦ ਕਿਹਾ ਕਰੁਣਾ ਜੋ ਹੈ, ਇਹਨੂੰ ਕਰੁਣਾ ਬੋਲਦੇ ਹਨ। ਕੋਈ ਵੀ ਆਪਣੇ ਤੋਂ ਛੋਟਾ ਜਿਹੜਾ ਹੈ ਉਹਦੀ ਮਦਦ ਕਰਨੀ ਚਾਹੀਦੀ ਹੈ, ਉਹਨੂੰ ਵੀ ਆਪਣੇ ਨਾਲ ਮਿਲਾਉਣਾ ਤੇ ਉਹਨੂੰ ਵੇਖ ਕਰਕੇ ਗਰਵ ਨਹੀਂ ਕਰਨਾ, ਇਹ ਅਸਲੀ ਕਰੁਣਾ ਹੈ। ਜੇ ਉਰ ਤਰਹਿ ਤਰਹਿ ਪਉਸੇ। ਜਿਹੜਾ ਵੀ ਇਹ ਕਰੁਣਾ ਭਾਵ ਜਿਹੜਾ ਹੈ ਆਪਣੇ ਹਿਰਦੇ ਵਿੱਚ ਧਾਰਨ ਕਰ ਲੈਂਦਾ, ਉਹ ਸੰਸਾਰ ਸਾਗਰ ਤੋਂ ਤਰ ਜਾਂਦਾ। ਸਨਮੁਖ ਨਾਮ ਲਖਹੁ ਤੁਮ ਤੇ। ਸਤਿਗੁਰੂ ਮਹਾਰਾਜ ਕਹਿਣ ਲੱਗੇ, ਉਹਨਾਂ ਨੂੰ ਸਨਮੁਖ ਕਿਹਾ ਜਾਂਦਾ ਹੈ, ਉਹ ਗੁਰੂ ਕੇ ਸਨਮੁਖ ਹੁੰਦੇ ਹਨ। ਨਿਜ ਤੇ ਵਿਦਿਆ ਕੈ ਗੁਣ ਮਾਹੀ। ਹੁਣ ਅੱਗੇ ਮਹਾਰਾਜ ਜੀ ਨੇ ਕਿਹਾ ਕਿ ਆਪਣੇ ਆਪ ਤੋਂ ਵਿਦਿਆ ਦੇ ਵਿੱਚ ਜਾਂ ਗੁਣਾ ਕਰਕੇ ਤੀਰਕ ਦੇਖ ਦੁਖੈ ਨਹਿ ਕਾਹੀ। ਕਦੇ ਵੀ ਦੂਜੇ ਨੂੰ ਵੇਖ ਕਰਕੇ, ਆਪਣੇ ਤੋਂ ਵੱਡਾ ਵੇਖ ਕਰਕੇ ਦੁਖਾਤੁਰ ਨਹੀਂ ਹੋਣਾ ਚਾਹੀਦਾ। ਕਈ ਵਾਰੀ ਕੀ ਕਰਦੇ ਆ ਪਿਆਰਿਓ, ਆਪਾਂ ਮਿਹਨਤ ਤਾਂ ਨਹੀਂ ਕਰਦੇ ਆ, ਮਸ਼ੱਕਤ ਤਾਂ ਨਹੀਂ ਕਰਦੇ ਆ। ਕੋਈ ਬੰਦਾ ਜਦੋਂ ਮਿਹਨਤ ਕਰਦਾ ਹੈ, ਮਸ਼ੱਕਤ ਕਰਦਾ ਹੈ, ਪੜ੍ਹਾਈ ਲਿਖਾਈ ਕਰਕੇ, ਵਿਦਿਆ ਹਾਸਲ ਕਰਕੇ ਉੱਚੇ ਮਰਾਤਬੇ ਤੇ ਜਦੋਂ ਪਹੁੰਚ ਜਾਂਦਾ, ਆਪਾਂ ਕੀ ਕਰਦੇ ਆ ਕਿ ਲੈ ਭਾਈ ਉਹਦੇ ਨਾਲ ਬਰਾਬਰੀ ਕਰਨੀ ਤਾਂ ਇੱਕ ਪਾਸੇ ਰਹਿ ਗਿਆ, ਵਿਅਰਥ ਦੇ ਵਿੱਚ ਉਹਦੇ ਨਾਲ ਈਰਖਾ ਕਰਨੀ ਹੈ, ਧੜੇਬਾਜ਼ੀ ਕਰਨੀ ਹੈ। ਗੁਣ ਜਿਹੜੇ ਆਪਣੇ ਕੋਲ ਹੁੰਦੇ ਨਹੀਂ। ਕਈ ਵਾਰੀ ਆਪਾਂ ਵੇਖਦੇ ਆ ਕਿ ਆ ਜਿਹੜੇ ਹਨ ਸ਼ਰਾਬੀ ਕਬਾਬੀ ਆਦਿਕ, ਗੁਣ ਤਾਂ ਆਪਣੇ ਅੰਦਰ ਹੋਣਾ ਨਹੀਂ, ਲੇਕਿਨ ਕੋਈ ਵਧੀਆ ਕੋਈ ਗੁਣਵਾਨ ਬੰਦਾ, ਉਹਦੀ ਨਿੰਦਿਆ ਕਰੀ ਜਾਣੀ ਹੈ, ਉਹਨੂੰ ਕਹੀ ਜਾਣਾ ਆ ਬੰਦਾ ਇੰਜ ਜੀ, ਉਹਦੇ ਵਿੱਚ ਸਾਰੇ ਦੋਸ਼ ਆਰੋਪਣ ਕਰਨੇ। ਤਿਨ ਕੀ ਸੁਨਹਿ ਪ੍ਰਸ਼ੰਸਾ ਕਾ। ਉਹਨਾਂ ਦੀ ਪ੍ਰਸ਼ੰਸਾ ਜਿਹੜੀ ਆ ਆਪਾਂ ਸੁਣਦੇ ਨਹੀਂ, ਲੇਕਿਨ ਅਸਲ ਦੇ ਵਿੱਚ ਗੁਰੂ ਕਾ ਜੋ ਸਿੱਖ ਹੈ, ਸਨਮੁਖ ਹੈ, ਉਹਨਾਂ ਦੀ ਪ੍ਰਸ਼ੰਸਾ ਕੰਨ ਦੇ ਰਾਹੀਂ ਸੁਣ ਕਰਕੇ। ਹਰਖ ਮਾਨ ਹੋਏ ਸੇ ਮਤਵਾਨ। ਜਿਹੜਾ ਮਤਵਾਨ ਹੁੰਦਾ ਨਾ, ਉਹ ਸੁਣ ਕਰਕੇ ਦੁੱਖ ਆਉਂਦਾ ਨਹੀਂ ਹੈ, ਆਪਣੇ ਹਿਰਦੇ ਨੂੰ ਹੋਣਾ ਚਾਹੀਦਾ ਤੇ ਇਹੀ ਕਹਿਣਾ ਚਾਹੀਦਾ ਕਿ ਵਾਹਿਗੁਰੂ ਪ੍ਰਮਾਤਮਾ ਜੀਓ, ਤੂੰ ਧਨਤਾ ਦੇ ਯੋਗ ਹੈ, ਤੇਰੀ ਲੀਲਾ ਅਪਰ ਅਪਾਰ ਹੈ। ਪਈ ਜਿਨ ਇਸ ਵਿਦ ਕੇ ਮਨੁਜ ਉਪਾਏ। ਜਿਨ੍ਹਾਂ ਨੇ ਇਸ ਦੇ ਮਨੁਜ ਮਨੁੱਖਾਂ ਨੂੰ ਪੈਦਾ ਕਰਦਾ ਕੀਤਾ, ਉਪਾਉਣਾ ਕੀਤਾ। ਧੰਨ ਪ੍ਰਭੂ ਕਹਿ ਉਰ ਹਰਿ ਖਾਏ। ਕਹਿਣਾ ਚਾਹੀਦਾ ਕਿ ਐ ਪ੍ਰਮਾਤਮਾ ਜੀਓ, ਤੂੰ ਤਾਂ ਧਨਤਾ ਦੇ ਯੋਗ ਹੈ। ਇਹੋ ਜੀ ਤੇਰੀ ਕਮਾਲ ਦੀ ਕੁਦਰਤ ਹੈ। ਇਹੋ ਜੀ ਕੁਦਰਤ ਨੂੰ ਵੇਖ ਕਰਕੇ ਮੈਂ ਵੀ ਦੰਗ ਹੋ ਗਿਆ ਹਾਂ। ਇੱਕ ਵਾਰੀ ਪਿਆਰਿਓ, ਕਿਸੇ ਆਸਤਿਕ ਜਿਹੜੇ ਮਹਾਂਪੁਰਖ ਸਨ, ਪਹੁੰਚੇ ਹੋਏ ਮਹਾਂਪੁਰਖ, ਉਹਨਾਂ ਦੀ ਬਹੁਤ ਜ਼ਿਆਦੀ ਜਦੋਂ ਖਿਆਤੀ ਹੋ ਗਈ, ਇੱਕ ਨਾਸਤਿਕ ਬੰਦਾ ਜਿਹੜਾ ਅਨਈਸ਼ਵਰਵਾਦੀ, ਉਹ ਆ ਗਿਆ ਉਹਨਾਂ ਦੇ ਨਾਲ ਬਹਿਸਮਬਾਜ਼ੀ ਕਰਨ ਵਾਸਤੇ। ਤੇ ਕੀ ਹੋਇਆ, ਤੇ ਸ਼ੁਰੂਆਤ ਦੇ ਵਿੱਚ ਬਾਰੀ ਸੀ ਨਾਸਤਿਕ ਦੀ, ਜਦੋਂ ਇਹਨਾਂ ਦੀ ਚਰਚਾ ਹੋ ਰਹੀ ਹੈ, ਤੇ ਨਾਸਤਿਕ ਨੇ ਫਿਰ ਤਰ੍ਹਾਂ ਤਰ੍ਹਾਂ ਦੇ ਤਰਕ ਦਿੱਤੇ ਕਿ ਰੱਬ ਨਹੀਂ ਹੈ, ਇਹ ਨਹੀਂ ਹੈ, ਉਹ ਨਹੀਂ ਹੈ। ਇਹੋ ਜਿਹੀਆਂ ਉਹਨਾਂ ਨੇ ਦਲੀਲਾਂ ਦਿੱਤੀਆਂ। ਨਾਸਤਿਕ ਨੇ ਉਹਨੇ ਸਿੱਧ ਕਰ ਦਿੱਤਾ ਕਿ ਭਾਈ ਕੋਈ ਰੱਬ ਨਹੀਂ ਹੈ, ਕੋਈ ਪਰਮਾਤਮਾ ਨਹੀਂ ਹੈ, ਪਰਮਾਤਮਾ ਦੀ ਕੋਈ ਹੋਂਦ ਨਹੀਂ ਹੈ। ਜਦੋਂ ਪਿਆਰਿਓ ਉਹਦਾ ਕੰਮ ਖਤਮ ਹੋ ਗਿਆ, ਵਾਰੀ ਖਤਮ ਹੋ ਗਈ, ਜਿਹੜੇ ਆਸਤਿਕ ਮਹਾਂਪੁਰਖ ਸਨ, ਜਦੋਂ ਉਹਨਾਂ ਦੀ ਵਾਰੀ ਆਈ, ਉਹਨਾਂ ਨੇ ਉੱਠਦੇ ਸਾਥ ਹੀ ਕੋਈ ਬਚਨ ਨਹੀਂ ਕਰਨਾ ਕੀਤਾ। ਜਾ ਕਰਕੇ ਉਹ ਨਾਸਤਿਕ ਨੂੰ ਆਪਣੀ ਗੱਲ ਵਕੜੀ ਲੈ ਲਿਆ, ਉਹਦੇ ਜਾ ਕਰਕੇ ਪੈਰਾਂ ਨੂੰ ਹੱਥ ਲਾਉਣੇ ਕੀਤੇ, ਨਮਸਕਾਰ ਕਰਨੀ ਕੀਤੀ। ਲੋਕ ਵੀ ਵੇਖਣ ਵਾਲੇ ਬੜੇ ਦੰਗ ਹੋ ਗਏ। ਉਹਨਾਂ ਨੂੰ ਲੱਗਿਆ ਕਿ ਭਾਈ ਇਹ ਇੰਨੇ ਵੱਡੇ ਆਸਤਿਕ ਮਹਾਂਪੁਰਖ, ਇਹ ਤਾਂ ਨਾਸਤਿਕ ਦੇ ਪੈਰਾਂ ਦੇ ਉੱਤੇ ਪੈ ਗਏ, ਲੱਗਦਾ ਇਹਨਾਂ ਨੇ ਹਾਰ ਮੰਨ ਲਈ। ਤੇ ਉਹ ਆਸਤਿਕ ਮਹਾਂਪੁਰਖਾਂ ਨੇ ਇਹੀ ਬਚਨ ਕੀਤਾ ਕਿ ਅੱਜ ਤੱਕ ਤਾਂ ਮੇਰੇ ਮਨ ਦੇ ਵਿੱਚ ਵੀ ਪੱਕਾ ਵਿਸ਼ਵਾਸ ਨਹੀਂ ਸੀ, ਲੇਕਿਨ ਅੱਜ ਤੇਰੀਆਂ ਦਲੀਲਾਂ ਸੁਣ ਕਰਕੇ ਮੈਨੂੰ ਪੱਕਾ ਯਕੀਨ ਹੋ ਗਿਆ ਕਿ ਰੱਬ ਜ਼ਰੂਰ ਹੈ। ਕਿਉਂਕਿ ਰੱਬ ਹੈ ਤਾਂ ਕਰਕੇ ਉਹਨੇ ਇਹੋ ਜਿਹਾ ਬੰਦਾ ਬਣਾਇਆ, ਇਹੋ ਜਿਹਾ ਰੋਸ਼ਨ ਦਿਮਾਗ ਤੈਨੂੰ ਦਿੱਤਾ ਕਿ ਤੂੰ ਰੱਬ ਦੀ ਵੀ ਦਲੀਲਾਂ ਦੇ ਕਰਕੇ ਰੱਬ ਦਾ ਵੀ ਤੂੰ ਨਿਖੇਧੀ ਕਰ ਰਿਹਾ।
ਭਾਵ ਕਿ ਅੱਜ ਤੋਂ ਪਹਿਲੇ ਤਾਂ ਮੈਨੂੰ ਪੱਕਾ ਯਕੀਨ ਨਹੀਂ ਸੀ, ਲੇਕਿਨ ਤੈਨੂੰ ਵੇਖ ਕਰਕੇ ਯਕੀਨ ਆ ਗਿਆ ਕਿ ਰੱਬ ਜ਼ਰੂਰ ਹੈ, ਪਰਮਾਤਮਾ ਜ਼ਰੂਰ ਹੈ। ਬਸ ਇਹੀ ਬਚਨ ਕਰ ਦਿੱਤਾ, ਅੱਗੇ ਉਹ ਚੁੱਪ ਹੋ ਗਿਆ, ਕੋਈ ਬਚਨ ਨਹੀਂ ਆਇਆ। ਕਹਿਣ ਦਾ ਭਾਵ ਹੈ ਕਿ ਭਾਈ ਜੋ ਵੀ ਜਦੋਂ ਇਹ ਆਸਤਿਕਾਂ ਦੀ ਬਿਰਤੀ ਹੁੰਦੀ ਹੈ, ਜਦੋਂ ਕੋਈ ਬੰਦਾ ਕਿਹਦੀ ਤਰੱਕੀ ਹੁੰਦੀ, ਚੜ੍ਹਦੀ ਕਲਾ ਦੇ ਵਿੱਚ ਰੌਸ਼ਨ ਦਿਮਾਗ ਹੋਵੇ, ਤਾਂ ਫਿਰ ਉਹ ਅਸਚਰਜ ਧਾਰਨ ਕਰਦੇ ਹਨ, ਈਰਖਾ ਨਹੀਂ ਕਰਦੇ। ਉਹ ਕਹਿੰਦੇ ਕਿ ਰੱਬਾ ਕਮਾਲ ਦੀ ਤੇਰੀ ਪ੍ਰਕਿਰਤੀ ਹੈ, ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ, ਕਿ ਤੇਰੀ ਕੁਦਰਤ ਬੜੀ ਮਹਾਨ ਹੈ। ਕਿਹੋ ਕਿਹੋ ਜੇ ਬੰਦੇ ਤੂਨੇ ਬਣਾਉਣੇ ਕੀਤੇ, ਕਿੰਨੇ ਵੱਡੇ ਵੱਡੇ ਵਿਦਵਾਨ ਅਵਿਸ਼ਕਾਰਕ ਜਿਹੜੇ ਹਨ ਤੂਨੇ ਪੈਦਾ ਕਰਦੇ ਕੀਤੇ। ਉਹ ਫਿਰ ਕਰਤਾਰ ਦੀ ਕੁਦਰਤ ਨੂੰ ਵੇਖ ਕਰਕੇ ਉਹ ਦੰਗ ਹੋ ਜਾਂਦੇ ਹਨ, ਤੇ ਫਿਰ ਉਹ ਪ੍ਰਮਾਤਮਾ ਦੇ ਅੱਗੇ ਹੱਥ ਜੋੜ ਕਰਕੇ ਕਹਿ ਦਿੰਦੇ ਕਿ ਰੱਬਾ ਤੂੰ ਬੇਅੰਤ ਹੈ। ਅਸ ਲਖ ਕੈ ਨਿੰਦਾ ਨਹਿ ਚਾਹੈ। ਇਸ ਤਰ੍ਹਾਂ ਵੇਖ ਕਰਕੇ ਉਹ ਰੱਬ ਦਾ ਧੰਨਵਾਦ ਕਰਦੇ, ਉਹਦੀ ਨਿੰਦਿਆ ਨਹੀਂ ਕਰਦੇ। ਲੇਕਿਨ ਮਨਮੁਖ ਬੰਦਾ ਕੀ ਕਰਦਾ ਪਿਆਰਿਓ, ਕਿਹਦੀ ਜਦੋਂ ਚੜ੍ਹਦੀ ਕਲਾ ਹੁੰਦੀ ਹੈ, ਕੋਈ ਪਹੁੰਚਿਆ ਹੋਇਆ ਕੋਈ ਵਧੀਆ ਵਿਦਵਾਨ ਹੋਵੇ, ਉਹਦੀ ਬਰਾਬਰੀ ਕਰਨੀ ਜਾਂ ਪਰਮਾਤਮਾ ਦਾ ਧੰਨਵਾਦ ਦੇਣਾ, ਅਸਚਰਜਤਾ ਦੇ ਵਿੱਚ ਆਣਾ ਤਾਂ ਇੱਕ ਪਾਸੇ ਰਹਿ ਗਿਆ, ਉਹ ਸਗੋਂ ਉਹਦੀ ਨਿੰਦਿਆ ਕਰਦੇ ਹਨ। ਮੁਦਤਾ ਨਾਮ ਇਸੀ ਕੋ ਹੈ। ਸਤਿਗੁਰੂ ਮਹਾਰਾਜ ਜੀ ਨੇ ਕਿਹਾ ਇਹਦਾ ਹੀ ਨਾਮ ਭਾਈ ਮੁਦਤਾ ਹੈ, ਸਦਾ ਪ੍ਰਸੰਨ ਰਹਿਣਾ, ਸਦਾ ਆਨੰਦ ਦੇ ਵਿੱਚ ਰਹਿਣਾ। ਜੋ ਵਰਤਦਾ ਨਾ ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਹੀਆ ਜੀਵਨ ਮੁਕਤ। ਜਿਸ ਤਰ੍ਹਾਂ ਪ੍ਰਮਾਤਮਾ ਦੀ ਜੁਗਤ ਵਰਤਦੀ ਹੈ, ਉਹਦੇ ਵਿੱਚ ਹੀ ਰਹੋ ਰਾਜੀ ਮਨ ਗੁਰਮੁਖ ਜੀਵਾ, ਉਹਦੇ ਵਿੱਚ ਵੀ ਰਾਜੀ ਬਣ ਕਰਕੇ ਗੁਰਮੁਖ ਬਣ ਕੇ ਰਹਿਣਾ, ਇਹਨੂੰ ਮੁਦਤਾ ਕਹਿੰਦੇ। ਭਾਵ ਕਿ ਸਦਾ ਪ੍ਰਸੰਨ ਰਹਿਣਾ। ਸਤਿਗੁਰੂ ਸੱਚੇ ਪਾਤਸ਼ਾਹ ਗੁਰ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਤੱਤੀ ਤਵੀ ਤੇ ਵੀ ਬਿਠਾਇਆ ਗਿਆ, ਤੱਤਾ ਰੇਤਾ ਉੱਤੇ ਪਵਾਇਆ ਗਿਆ ਮਹਾਰਾਜ ਜੀ ਦੇ ਉੱਤੇ। ਫਿਰ ਵੀ ਸਤਿਗੁਰੂ ਮਹਾਰਾਜ ਜੀ ਨੇ ਇਹੀ ਬਚਨ ਕੀਤਾ ਨਾ ਕਿ ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਕਿ ਪ੍ਰਮਾਤਮਾ ਜੀਓ ਇਹ ਤੇਰਾ ਭਾਣਾ ਮੀਠਾ ਲੱਗਾ, ਤੇਰਾ ਭਾਣਾ ਮੈਨੂੰ ਮਿੱਠਾ ਕਰਕੇ ਲੱਗ ਰਿਹਾ। ਭਾਵ ਕਿ ਸਦਾ ਪ੍ਰਸੰਨ ਚਿੱਤ ਰਹਿਣਾ, ਇਹਨੂੰ ਮੁਦਤਾ ਬੋਲਦੇ ਹਨ। ਆਪਣੀ ਮਤ ਗੁਰ ਬਚ ਅਨੁਸਾਰ। ਆਪਣੀ ਮਤ ਜਿਹੜੀ ਆ ਸਤਿਗੁਰੂ ਮਹਾਰਾਜ ਜੀ ਦੇ ਬਚਨਾਂ ਦੇ ਅਨੁਸਾਰ ਢਾਲ ਦੇਣਾ ਹੈ। ਅਬ ਮਨ ਕੀ ਮਤ ਤਿਆਗਹੁ ਹਰ ਜਨ, ਇਹਾ ਬਾਤ ਕਠੈਣੀ। ਮਨ ਦੀ ਮਤ ਦਾ ਤਿਆਗ ਕਰਨਾ ਕੰਮ ਤਾਂ ਬਹੁਤ ਕਠਿਨ ਹੈ, ਲੇਕਿਨ ਜਿਹੜੇ ਗੁਰਮੁਖ ਹੁੰਦੇ ਹਨ ਉਹ ਆਪਣੀ ਮਤ ਦਾ ਤਿਆਗ ਕਰਕੇ ਗੁਰ ਕੀ ਮਤ ਤੂੰ ਲਹੇ ਇਆਨੇ, ਭਗਤ ਬਿਨਾ ਬਹੁ ਡੂਬੇ ਸਿਆਨੇ। ਉਹ ਫਿਰ ਆਪਣੀ ਮਤ ਦਾ ਤਿਆਗ ਕਰਕੇ ਗੁਰੂ ਕੀ ਮਤ ਦੇ ਉਹ ਧਾਰਨੀ ਬਣ ਜਾਂਦੇ ਹਨ। ਦੇ ਉਪਦੇਸ਼ ਸਭਨ ਸੁਖ ਕਾਰ। ਤੇ ਜਦੋਂ ਵੀ ਉਹ ਉਪਦੇਸ਼ ਦਿੰਦੇ ਹਨ ਗੁਰੂ ਕੇ ਪਿਆਰੇ, ਸਾਰਿਆਂ ਨੂੰ ਸੁਖ ਦੇਣ ਵਾਲਾ ਉਪਦੇਸ਼ ਦਿੰਦੇ। ਜੋ ਮੰਨੈ ਤਿਹ ਕੋ ਪੁਨ ਦੇਹ। ਜਿਹੜਾ ਵੀ ਮੰਨਦਾ ਨਾ ਉਪਦੇਸ਼, ਐਵੇਂ ਜਣੇ ਕਣੇ ਨੂੰ ਜਾ ਕਰਕੇ ਉਪਦੇਸ਼ ਨਹੀਂ ਝਾੜੀ ਜਾਂਦੇ। ਜਿਹੜਾ ਮੰਨਦਾ ਨਾ ਭਾਈ ਹਾਂ ਆ ਭਾਈ ਇਹ ਮੰਨਣ ਵਾਲਾ, ਉਹਨੂੰ ਜਾ ਕਰਕੇ ਗੁਰੂ ਕਾ ਬਚਨ ਸੁਣਾਉਂਦੇ। ਅਨਮੰਨੇ ਸੋ ਹਠ ਨਾ ਕਰੇ। ਜਿਹੜੇ ਅਨਮੰਨੇ ਲੋਕ ਹੁੰਦੇ ਹਨ, ਜਿਹਨੇ ਪੱਕਾ ਹੀ ਕਰ ਲਿਆ ਕਿ ਭਾਈ ਮੈਨੇ ਮੰਨਣਾ ਹੀ ਨਹੀਂ ਹੈ, ਫਿਰ ਉਹਨਾਂ ਦੇ ਨਾਲ ਪਿਆਰਿਓ ਉਹ ਇਹ ਖੈਂਦੇ ਨਹੀਂ ਹਨ। ਫਿਰ ਮਹਾਰਾਜ ਜੀ ਨੇ ਕਿਹਾ ਨਾ ਮੂਰਖ ਹੈ ਨਾਲ ਨਾ ਲੁੱਝੀਐ। ਫਿਰ ਉਹ ਜੇ ਮੂਰਖਾਂ ਦੇ ਨਾਲ ਉਹ ਲੁੱਝਦੇ ਨਹੀਂ ਹਨ, ਉਹ ਬੈਸਮਬਾਜੀ ਨਹੀਂ ਕਰਦੇ। ਵਾਦ ਵਿਵਾਦ ਕਾਹੂ ਸਿਉ ਨਾ ਕੀਜੈ, ਰਸਨਾ ਰਾਮ ਰਸਾਇਣ ਪੀਜੈ। ਕਿਉਂਕਿ ਪਿਆਰਿਓ ਜਿਹੜਾ ਮੰਨਣ ਵਾਲਾ ਬੰਦਾ, ਉਹਦੇ ਨਾਲ ਤੁਸੀਂ ਬਚਨ ਕਰੋ ਤਾਂ ਉਹ ਚਰਚਾ ਹੁੰਦੀ ਹੈ, ਉਹਦੇ ਵਿੱਚ ਕੋਈ ਸਾਰ ਕੋਈ ਤੱਤ ਨਿਕਲ ਕੇ ਆਉਂਦਾ। ਤੇ ਜਿਸ ਤਰ੍ਹਾਂ ਕਹਿੰਦੇ ਨਾ ਗਿਆਨੀ ਕੋ ਗਿਆਨੀ ਮਿਲੇ ਤੋ ਕਰੇ ਗਿਆਨ ਕੀ ਬਾਤ, ਗਧੇ ਕੋ ਗਧਾ ਮਿਲੇ ਤੋ ਉੜ ਉੜ ਮਾਰੇ ਲਾਤ। ਇਹੋ ਜਿਹੀ ਹਾਲਾਤ ਹੁੰਦੀ ਹੈ। ਕੋਈ ਵਧੀਆ ਬੰਦਾ, ਕੋਈ ਕਹਿਣ ਵਾਲਾ, ਕੋਈ ਸੁਣਨ ਵਾਲਾ, ਜਦੋਂ ਆਪਸ ਦੇ ਵਿੱਚ ਮਿਲਦੇ ਤਾਂ ਪਿਆਰਿਓ ਫਿਰ ਸੰਵਾਦ ਹੁੰਦਾ, ਕੋਈ ਚਰਚਾ ਹੁੰਦੀ ਹੈ, ਕੋਈ ਤੱਤ ਨਿਕਲ ਕੇ ਆਉਂਦਾ। ਲੇਕਿਨ ਇੱਕ ਪਾਸੇ ਇੱਕ ਖੋਤਾ ਆ ਜਾਵੇ, ਦੂਜੇ ਪਾਸੇ ਦੂਜਾ ਖੋਤਾ ਆ ਜਾਵੇ, ਤੇ ਜਦੋਂ ਖੋਤੇ ਮਿਲਦੇ ਤਾਂ ਉਹਨਾਂ ਨੇ ਦੁਲੱਤੀਆਂ ਹੀ ਝਾੜਨੀਆਂ, ਉਹਨਾਂ ਨੇ ਥੋੜੀ ਗਿਆਨ ਦੀ ਗੱਲ ਕਰਨੀ ਹੈ। ਇਸ ਤਰ੍ਹਾਂ ਹੀ ਕਈ ਜਿਹੜੇ ਲੋਕ ਮੂਰਖ ਬਿਰਤੀ ਦੇ, ਫਿਰ ਉਹਨਾਂ ਨੇ ਵਾਦ ਵਿਵਾਦ ਕਰਨਾ, ਬਹਿਸਮਬਾਜੀ ਕਰਨੀ ਹੈ। ਉਹਨੇ ਆਪਣੇ ਢੋਲ ਵਜਾਈ ਜਾਣੇ, ਇਹਨੇ ਆਪਣਾ ਰਾਗ ਅਲਾਪੀ ਜਾਣਾ।
ਪਿਆਰਿਓ ਇਹਦੇ ਨਾਲ ਕੋਈ ਤੱਤ, ਕੋਈ ਜਿਹੜੀ ਹੈ ਗਾਲੀ ਨਹੀਂ ਨਿਕਲਦੀ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਕਿਹਾ ਨਾ, ਐਸੇ ਲੋਕਨ ਸਿਉ ਕਿਆ ਕਹੀ ਹੈ, ਜਿਨ ਪ੍ਰਭ ਕੀ ਹੈ ਭਗਤ ਤੇ ਬਾਹਜ, ਤਿਨ ਤੇ ਸਦਾ ਡਰਾਨੇ ਰਹੀ ਹੈ। ਇਹੋ ਜਿਹੇ ਲੋਕਾਂ ਦੇ ਨਾਲ ਕੀ ਬੋਲਣਾ ਚਾਹੀਦਾ ਭਾਈ? ਜਿਹੜਾ ਪਰਮਾਤਮਾ ਨੇ ਭਗਤੀ ਤੋਂ ਬਾਹਜ ਕਰ ਦਿੱਤਾ ਨਾ, ਉਹਨਾਂ ਤੋਂ ਡਰ ਕਰਕੇ ਹੀ ਰਹਿਣਾ ਚਾਹੀਦਾ। ਕਦੇ ਇਹੋ ਜਿਹਾ ਕੋਈ ਆ ਜਾਵੇ ਮੂਰਖ ਮਤੀਆ ਤੇ ਦੂਰੋਂ ਹੀ ਪੱਲਾ ਝਾੜ ਕਰਕੇ ਨਿਕਲ ਜਾਣਾ। ਕਈ ਪਿਆਰਿਓ ਇਹੋ ਜਿਹੇ ਹੁੰਦੇ ਹਨ, ਬੜੇ ਹੱਠੀ ਹੁੰਦੇ ਹਨ। ਇਹ ਵੀ ਇੱਕ ਹੱਠ ਦਾ ਪ੍ਰਕਾਰ ਹੁੰਦਾ ਤੇ ਕਿਹਦੀ ਗੱਲ ਨਹੀਂ ਮੰਨਣੀ, ਸਦਾ ਆਪਣਾ ਹੀ ਜਿਹੜਾ ਹੈ ਆਪਣਾ ਹੀ ਰਾਗ ਅਲਾਪੀ ਜਾਣਾ, ਆਪਣੀ ਗੱਲ ਕਰੀ ਜਾਣਾ। ਤੇ ਜਿਹੜੇ ਮਹਾਂਪੁਰਖ ਹੁੰਦੇ, ਇਹੋ ਜਿਹੇ ਮੂਰਖ ਲੋਕ ਜਿਹੜਾ ਆਪਣਾ ਹੀ ਰਾਗ ਅਲਾਪੀ ਜਾਂਦੇ ਨਾ, ਉਹਨਾਂ ਦੇ ਨਾਲ ਬਚਨ ਨਹੀਂ ਕਰਦੇ। ਜਦੋਂ ਇਹੋ ਜਿਹਾ ਆ ਜਾਵੇ ਨਾ ਮੂਰਖ ਮਤੀਆ, ਹੱਥ ਜੋੜ ਲੈਂਦੇ, ਲੈ ਭਾਈ ਤੂੰ ਵੱਡਾ, ਤੇਰਾ ਗਿਆਨ ਵੱਡਾ ਕਰਕੇ। ਦੋਹਰਾ ਪਰਾ ਲਬਦ ਇਸਕੀ ਨਹੀਂ, ਅਸ ਜਾਣਹਿ ਮਨ ਮਾਹਿ। ਲੇਕਿਨ ਗੱਲ ਪਿਆਰਿਓ ਇੱਥੇ ਆ ਕਰਕੇ ਬਣਦੀ ਹੈ। ਅਗਲਾ ਇਹ ਮਹਾਰਾਜ ਜੀ ਨੇ ਬਚਨ ਕੀਤਾ, ਕੋਈ ਸਾਡੇ ਨਾਲ ਵੀ ਇਹੋ ਜਿਹਾ ਕੋਈ ਆ ਜਾਵੇ ਨਾ ਬੈਸਮਬਾਜੀ ਕਰਨ ਵਾਸਤੇ, ਆਪਾਂ ਕਹਿ ਦਿੰਦੇ ਆ ਜੀ ਮੂਰਖ ਆ ਜੀ, ਨਾ ਸਮਝਿਆ, ਇਹਨੂੰ ਛਿੱਤਰ ਜਦੋਂ ਪੈਣਗੇ ਤਾਂ ਪਤਾ ਲੱਗੇਗਾ। ਲੇਕਿਨ ਜਿਹੜੇ ਮਹਾਂਪੁਰਖ ਸਨਮੁਖ ਹੁੰਦੇ, ਉਹ ਕਹਿੰਦੇ ਕਿ ਭਾਈ ਇਹ ਤਾਂ ਦਰਗਾਹ ਤੋਂ ਭਟਕਿਆ ਹੋਇਆ ਹੈ, ਇਹਦੇ ਹਾਲੇ ਪ੍ਰਾਲਬਧ ਨਹੀਂ ਜਾਗੇ ਹਨ, ਜਾਂ ਪਹਾਗ ਧੁਰ ਮੰਦੇ। ਮਹਾਰਾਜ ਜੀ ਨੇ ਕਿਹਾ ਨਾ, ਇਹਦੇ ਧੁਰ ਤੋਂ ਹੀ ਮੰਦੇ ਪਹਾਗ ਹਨ, ਤਾਂ ਕਰਕੇ ਭਾਈ ਇਹ ਸਾਡਾ ਬਚਨ ਨਹੀਂ ਮੰਨਦਾ। ਹਾਂ, ਜਦੋਂ ਇਹਦੇ ਭਾਗ ਜਾਗ ਜਾਣਗੇ ਤਾਂ ਇਹ ਵੀ ਸਿੱਧੇ ਰਸਤੇ ਆ ਜਾਵੇਗਾ, ਉਹਦੇ ਨਾਲ ਦਵੈਸ਼ ਨਹੀਂ ਕਰਦੇ ਹਨ। ਦੂਸ਼ਣ ਤਹਿ ਸੋ ਹੋਏ ਰਹਿ, ਨਾਮ ਉਪੇਖਿਆ ਤਾਂ। ਉਹਨਾਂ ਦੇ ਨਾਲ ਫਿਰ ਚੁੱਪ ਹੋ ਕਰਕੇ ਰਹਿਣਾ, ਤੇ ਇਹੀ ਪਿਆਰਿਓ ਉਪੇਖਸ਼ਾ ਹੈ। ਅਪੇਖਸ਼ਾ ਦਾ ਮਤਲਬ ਕਿ ਕਿਹਦੇ ਉੱਤੇ ਆਪਾਂ ਅਪੇਖਿਆ ਕਰਦੇ ਹਾਂ, ਅਪੇਖਸ਼ਾ ਰੱਖਦੇ ਹਾਂ ਕਿ ਭਾਈ ਆਹ ਬੰਦਾ ਜਿਹੜਾ ਹੈ ਕਿ ਇਹ ਵਧੀਆ ਪੜ੍ਹ ਲਿਖ ਲਵੇਗਾ, ਪੜ੍ਹ ਲਿਖ ਕਰਕੇ ਇਹ ਵੱਡਾ ਅਫਸਰ ਬਣ ਜਾਵੇਗਾ। ਤੇ ਇਸ ਤਰ੍ਹਾਂ ਇਹ ਸਾਡੀ ਅਪੇਖਸ਼ਾ ਹੁੰਦੀ ਹੈ, ਇੱਕ ਮਨੌਤ ਹੁੰਦੀ ਹੈ, ਇਹਨੂੰ ਅਪੇਖਸ਼ਾ ਬੋਲਦੇ ਹਨ। ਉਪੇਖਿਆ ਦਾ ਮਤਲਬ ਹੈ ਕਿ ਭਾਈ ਦਾ ਤਿਆਗ ਕਰ ਦੇਣਾ। ਨਹੀਂ ਭਾਈ ਆਹ ਮੂਰਖ ਬੰਦਾ ਹੈ, ਇਹ ਲੜਾਕਾ ਹੈ, ਇਹ ਝਗੜਾਲੂ ਹੈ, ਇਹਦੇ ਨਾਲ ਤੋਂ ਦੂਰੀ ਭਲੀ ਹੈ। ਉਹ ਹੱਥ ਜੋੜ ਦਿੰਦੇ, ਕੋਈ ਇਹੋ ਜਿਹਾ ਆ ਜਾਵੇ ਨਾ ਮੂਰਖ ਮਤੀਆ, ਦੂਰੋਂ ਹੀ ਹੱਥ ਜੋੜ ਕਰਕੇ ਕਹਿ ਦਿੰਦੇ ਕਿ ਭਾਈ ਦੂਰੋਂ ਹੀ ਤੈਨੂੰ ਰਾਮ ਰਾਮ ਚੱਲ, ਆਪਣੇ ਰਾਸਤੇ ਲੱਗਾ। ਇਹਨੂੰ ਕਹਿੰਦੇ ਉਪੇਖਸ਼ਾ, ਭਾਵ ਕਿ ਉਹਦਾ ਜ਼ਿਆਦਾ ਜਿਹੜਾ ਹੈ ਪ੍ਰਭਾਵ ਆਪਣੇ ਉੱਤੇ ਨਹੀਂ ਸਵੀਕਾਰ ਕਰਨਾ। ਚੌਪਈ ਮਨ ਕੋ ਕਹਿਓ ਕਰਤ ਹੈ ਜੋਈ। ਜਿਹੜਾ ਆਪਣੇ ਮਨ ਦਾ, ਇਹ ਤਾਂ ਗੁਰਮੁਖਾਂ ਦੇ ਲੱਛਣ ਮਹਾਰਾਜ ਜੀ ਨੇ ਸਨਮੁਖ ਦੇ ਲੱਛਣ ਦੱਸੇ। ਹੁਣ ਅੱਗੇ ਮਹਾਰਾਜ ਜੀ ਦੱਸਦੇ ਕਿ ਜਿਹੜਾ ਮਨ ਕੋ ਕਹਿਓ, ਜੋ ਵੀ ਮਨ ਨੂੰ ਕਹਿੰਦਾ ਨਾ, ਉਹਦੇ ਮਗਰ ਲੱਗ ਕਰਕੇ ਚੱਲਦੇ ਹਨ। ਹਵੈ ਮਨਮੁਖ ਪਹਿਚਾਨੁ ਸੋਈ। ਉਹਨੂੰ ਮਨਮੁਖ ਕਰਕੇ ਪਹਿਚਾਨਣਾ ਕਰੋ, ਕਿਉਂਕਿ ਮਨ ਜਿਹੜਾ ਪਿਆਰਿਓ ਕਦੇ ਚੰਗੇ ਪਾਸੇ ਨਹੀਂ ਲੱਗਦਾ। ਕਦੇ ਵੀ ਆਪ ਜੀ ਵੇਖਣਾ ਕਰੋ ਕਿ ਕਿਸੇ ਵਿਦਵਾਨ ਨੇ ਇਹ ਬਚਨ ਕਰਨਾ ਕੀਤਾ ਕਿ ਪਾਣੀ ਦਾ ਇੱਕ ਸੁਭਾਅ ਹੁੰਦਾ। ਪਾਣੀ ਜਿਹੜਾ ਹੁੰਦਾ ਨਾ ਪਿਆਰਿਓ, ਪਾਣੀ ਉਹ ਨੀਵੇਂ ਪਾਸੇ ਨੂੰ ਬਹੁਤ ਛੇਤੀ ਕੀਤਿਆਂ ਉੱਥੇ ਦੌੜ ਕੇ ਜਾਂਦਾ, ਭੱਜ ਕੇ ਜਾਂਦਾ। ਲੇਕਿਨ ਜੇ ਪਾਣੀ ਨੂੰ ਤਾਂ ਲੈ ਕੇ ਜਾਣਾ ਤੇ ਫਿਰ ਤੁਹਾਨੂੰ ਮਸ਼ੱਕਤ ਕਰਨੀ ਪੈਂਦੀ ਹੈ। ਤੇ ਆਮ ਤੁਸੀਂ ਪਾਣੀ ਜਿਹੜਾ, ਪਾਣੀ ਨੂੰ ਧਰਤੀ ਤੇ ਰੱਖ ਦੋ, ਸਮਤਲ ਜ਼ਮੀਨ ਹੋਵੇ, ਪਾਣੀ ਜਿਹੜਾ ਉਸ ਤਰ੍ਹਾਂ ਹੀ ਖੜ ਜਾਵੇਗਾ। ਲੇਕਿਨ ਪਾਣੀ ਨੂੰ ਉੱਤੇ ਕੋਈ ਉਚਾਈ ਤੋਂ ਪਾਣੀ ਨੂੰ ਸੁੱਟ ਦਿਓ, ਪਾਣੀ ਨੂੰ ਫਿਰ ਤੁਹਾਨੂੰ ਲੋੜ ਨਹੀਂ ਪਵੇਗੀ, ਤੁਰੰਤ ਪਾਣੀ ਹੇਠ ਦੇ ਵੱਲ ਆ ਜਾਵੇਗਾ। ਲੇਕਿਨ ਉਹੀ ਜ਼ਮੀਨ ਦਾ ਪਾਣੀ ਜਿਹੜਾ ਹੈ ਤੁਹਾਨੂੰ ਤਾਂ ਚਕਾਉਣਾ ਹੋਵੇ ਤਾਂ ਫਿਰ ਪਿਆਰਿਓ ਆਪਣੇ ਇਹਦੇ ਵਿੱਚ ਪਾਉਣਾ, ਟੈਂਕੀ ਦੇ ਵਿੱਚ ਪਾਉਣਾ, ਤਾਂ ਤੁਹਾਨੂੰ ਯਤਨ ਕਰਨਾ ਪਵੇਗਾ। ਤਾਂ ਤੁਹਾਨੂੰ ਮੋਟਰ ਆਦਿਕ ਲਾ ਕਰਕੇ ਬਹੁਤ ਜ਼ਿਆਦਾ ਪਾਣੀ ਨੂੰ ਪੰਪਿੰਗ ਕਰਨਾ ਪਵੇਗਾ, ਉਹਨੂੰ ਧੱਕਣਾ ਪਵੇਗਾ, ਤਾਂ ਜਾ ਕਰਕੇ ਪਾਣੀ ਜਿਹੜਾ ਹੈ ਤੇ ਉਹ ਤਾਂ ਨੂੰ ਚੜਦਾ ਹੈ। ਇਸ ਤਰ੍ਹਾਂ ਹੀ ਪਿਆਰਿਓ ਇਹ ਮਨ ਦੀ ਹਾਲਾਤ ਹੈ। ਮਨ ਵੀ ਜਿਹੜਾ ਹਰ ਕੋਈ, ਆਪਾਂ ਵੀ ਇਹੀ ਸੋਚਦੇ ਆ ਕਿ ਮਨ ਜਿਹੜਾ ਬੁਰੇ ਪਾਸੇ ਤਾਂ ਭੱਜ ਕੇ ਜਾਂਦਾ ਤੇ ਚੰਗੇ ਪਾਸੇ ਮਨ ਕਿਉਂ ਨਹੀਂ ਲੱਗਦਾ? ਕਿਉਂਕਿ ਮਨ ਦਾ ਪਿਆਰਿਓ ਇਹ ਗੁਣ ਧਰਮ ਹੈ। ਬੁਰਾ ਕੰਮ ਕਰਨਾ, ਗਲਤ ਪਾਸੇ ਜਾਣਾ, ਇਹ ਤਾਂ ਨੀਵਾ ਪਾਸਾ ਜਾਣਨਾ ਕਰੋ। ਜਿਸ ਤਰ੍ਹਾਂ ਕਿ ਪਾਣੀ ਨੂੰ ਤਾਂ ਤੋਂ ਉਤੋਂ ਛੱਡ ਦਿਓ ਤੇ ਪਾਣੀ ਨੂੰ ਕਹਿਣ ਦੀ ਲੋੜ ਹੀ ਨਹੀਂ ਪੈਂਦੀ ਹੈ, ਐਨ ਕਾੜੀ ਦੇ ਨਾਲ, ਤੇਜ਼ੀ ਦੇ ਨਾਲ ਉਹ ਨੀਵੇਂ ਪਾਸੇ ਨੂੰ ਦੌੜ ਜਾਂਦਾ, ਗਲਤ ਪਾਸੇ ਨੂੰ ਮਨ ਜਿਹੜਾ ਦੌੜ ਜਾਵੇਗਾ।
ਲੇਕਿਨ ਚੰਗੇ ਪਾਸੇ ਮਨ ਨੂੰ ਲਾਉਣਾ ਤਾਂ ਫਿਰ ਪਿਆਰਿਓ ਮਸ਼ੱਕਤ ਕਰਨੀ ਪੈਂਦੀ ਹੈ। ਤਾਂ ਹੀ ਤਾਂ ਮਹਾਰਾਜ ਜੀ ਨੇ ਕਿਹਾ ਨਾ, ਜਿਹੜੇ ਨਾਮ ਜਪਦੇ ਹਨ, ਸੇਵਾ ਸਿਮਰਨ ਕਰਦੇ ਹਨ, ਅਸਲ ਦੇ ਵਿੱਚ ਇਹ ਸਭ ਤੋਂ ਵੱਡੀ ਮਸ਼ੱਕਤ ਹੈ। ਜਿੰਨੀ ਨਾਮ ਧਿਆਇਆ ਗਏ ਮਸ਼ੱਕਤ ਕਹਾਲ। ਇਹੀ ਤਾਂ ਪਿਆਰਿਓ ਮਸ਼ੱਕਤ ਹੈ, ਇਹੀ ਤਾਂ ਤੁਹਾਨੂੰ ਮਿਹਨਤ ਕਰਨੀ ਪਵੇਗੀ। ਉਹ ਪਾਣੀ ਜਿਹੜਾ ਨੀਵੇਂ ਪਾਸੇ ਨੂੰ ਜਾਂਦਾ, ਪਾਣੀ ਦੀ ਕੋਈ ਮਿਹਨਤ ਨਹੀਂ ਹੈ। ਆਪਾਂ ਆਮ ਕਹਿ ਦਿੰਦੇ ਆ ਕਿ ਭਾਈ ਪਾਣੀ ਕੀ ਹੈ, ਨੀਵਾ ਪਾਸਾ ਸੀ, ਪਾਣੀ ਦੌੜ ਕਰਕੇ ਚੱਲ ਗਿਆ। ਲੇਕਿਨ ਉਹੀ ਨੀਵੇਂ ਪਾਸੇ ਤੋਂ ਪਾਣੀ ਲੈ ਕਰਕੇ ਤਾਂ ਲੈ ਕੇ ਜਾਣਾ ਤੇ ਤੁਹਾਨੂੰ ਮਸ਼ੱਕਤ ਕਰਨੀ ਪਵੇਗੀ, ਮਿਹਨਤ ਕਰਨੀ ਪਵੇਗੀ। ਜਦੋਂ ਮਿਹਨਤ ਕੋਈ ਕਰਦਾ, ਪਾਣੀ ਨੂੰ ਹੇਠ ਤੋਂ ਲੈ ਕਰਕੇ ਆਕਾਸ਼ ਦੇ ਵੱਲ ਉੱਤੇ ਚਾੜ ਦਿੰਦਾ, ਤਾਂ ਪਿਆਰਿਓ ਉਹਦੀ ਮਿਹਨਤ ਜਿਹੜੀ ਹੈ ਸਫਲੀ ਹੁੰਦੀ ਹੈ। ਮਨ ਵੀ ਪਿਆਰਿਓ ਇਸ ਤਰ੍ਹਾਂ ਹੀ ਜਿਹੜਾ ਨੀਵੇਂ ਪਾਸੇ, ਗਲਤ ਪਾਸੇ ਬਹੁਤ ਕਾੜੀ ਕਰਕੇ ਦੌੜਦਾ, ਤੇ ਕਿਉਂਕਿ ਮਨ ਦਾ ਇਹ ਸੁਭਾਵ ਹੈ। ਲੇਕਿਨ ਚੰਗੇ ਪਾਸੇ ਲਾਉਣਾ ਤੇ ਮਨ ਚੰਗੇ ਪਾਸੇ ਖੁਦ ਬਾ ਖੁਦ ਨਹੀਂ ਲੱਗਦਾ। ਪਾਣੀ ਨੂੰ ਤਾਂ ਚੜਾਉਣਾ ਤੇ ਮਸ਼ੱਕਤ ਕਰਨੀ ਪੈਂਦੀ। ਇਸ ਤਰ੍ਹਾਂ ਹੀ ਮਨ ਨੂੰ ਵੀ ਚੰਗੇ ਪਾਸੇ ਲਾਉਣਾ ਤੇ ਬਹੁਤ ਜ਼ਿਆਦਾ ਮਸ਼ੱਕਤ ਕਰਨੀ ਪੈਂਦੀ ਹੈ। ਤੇ ਜਿਹੜੇ ਮਸ਼ੱਕਤ ਕਰਦੇ ਹਨ ਮਨ ਦੇ ਨਾਲ, ਮਨ ਸਿਉ ਜੂਝ ਮਰੈ ਪ੍ਰਭ ਪਾਵੈ। ਜਿਹੜੇ ਮਨ ਦੇ ਨਾਲ ਜੂਝ ਕਰਕੇ ਮਨ ਨੂੰ ਮਾਰ ਦਿੰਦੇ ਹਨ, ਉਹੀ ਪ੍ਰਭੂ ਦੀ, ਪ੍ਰਮਾਤਮਾ ਦੀ ਪ੍ਰਾਪਤੀ ਕਰਦੇ। ਤਾਂ ਤੇ ਤੁਮ ਸਨਮੁਖ ਨਿਤ ਰਹੀ। ਇਸ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਬਚਨ ਕੀਤਾ ਕਿ ਮਨ ਦੇ ਮਗਰ ਲੱਗ ਕਰਕੇ ਨਾ ਚੱਲਣਾ ਕਰੋ ਭਾਈ, ਗੁਰੂ ਕੇ ਸਨਮੁਖ ਹੋ ਕਰਕੇ, ਗੁਰੂ ਦੇ ਵੱਲ ਮੁਖ ਕਰਕੇ ਚੱਲਣਾ ਕਰੋ। ਗੁਰ ਕਹਿਆ ਸਾਕਾਰ ਕਮਾ ਬਹੋ। ਇਹੀ ਪਿਆਰਿਓ ਗੁਰਮੁਖ ਦੀ ਪਰਿਭਾਸ਼ਾ ਹੈ ਜੋ ਸਤਿਗੁਰੂ ਮਹਾਰਾਜ ਜੀ ਦੱਸਦੇ ਹਨ। ਗੁਰਬਾਣੀ ਜੋ ਕਰਮ ਕਰਨ ਵਾਸਤੇ ਸਾਨੂੰ ਦੱਸਦੀ ਹੈ, ਰਹਿਤ ਮਰਿਆਦਾ ਜਿਹੜੀ ਹੈ ਸਾਨੂੰ ਜੋ ਕਰਮ ਕਰਨ ਵਾਸਤੇ ਦੱਸਦੀ ਹੈ, ਉਸ ਮੁਤਾਬਕ ਜਦੋਂ ਆਪਾਂ ਚੱਲਦੇ ਹਾਂ ਤਾਂ ਜਾਣ ਲਿਓ ਕਿ ਭਾਈ ਇਹ ਜਿਹੜਾ ਸਨਮੁਖ ਹੈ, ਇਹ ਗੁਰੂ, ਇਹ ਗੁਰਮੁਖ ਹੈ। ਇਹਨੇ ਆਪਣਾ ਮੂੰਹ ਗੁਰੂ ਵੱਲ ਕਰਨਾ ਕੀਤਾ। ਜਿਹੜਾ ਆਪਣੀ ਮਨਮਤ ਕਰਦਾ ਤੇ ਕਹਿੰਦਾ ਕਿ ਭਾਈ ਗੁਰੂ ਜੋ ਮਰਜੀ ਬੋਲੀ ਜਾਵੇ, ਮੈਂ ਆਪਣੇ ਕੰਮ ਕਰੀ ਜਾਣਾ, ਆਪਣੇ ਹੀ ਮਨ ਦੇ ਮਗਰ ਲੱਗ ਕਰਕੇ ਤੁਰਦਾ, ਉਹਨੂੰ ਮਨਮੁਖ ਕਹਿੰਦੇ। ਜਿਹੜੇ ਗੁਰੂ ਦੇ ਆਖੇ ਲੱਗ ਕਰਕੇ ਚੱਲਦਾ, ਉਹਨੂੰ ਗੁਰਮੁਖ ਜਾਂ ਉਹਨੂੰ ਸਨਮੁਖ ਕਿਹਾ ਜਾਂਦਾ। ਨਾਮ ਚਿਤਾਰ ਊਚ ਪਦ ਲਹੀਏ। ਜਿਹੜਾ ਨਾਮ ਦਾ ਚਿਤਾਰ ਕਰਦਾ ਹੈ, ਭਾਵ ਕਿ ਨਾਮ ਨੂੰ ਯਾਦ ਕਰਦਾ, ਨਾਮ ਦਾ ਜਾਪ ਕਰਦਾ, ਉਹਨੂੰ ਸਭ ਤੋਂ ਉੱਚੀ ਪਦਵੀ ਪ੍ਰਾਪਤ ਹੁੰਦੀ। ਇਸ ਬਿਧ ਸ੍ਰੀ ਗੁਰ ਬਚਨੋਂ ਸੁਣ ਕੇ। ਇਸ ਤਰ੍ਹਾਂ ਦੇ ਸਤਿਗੁਰੂ ਮਹਾਰਾਜ ਜੀ ਦੇ ਬਚਨਾਂ ਨੂੰ ਸੁਣ ਕਰਕੇ ਵਰਤਿਓ ਤਿਸ ਪ੍ਰਕਾਰ ਮਨ ਗੁਣ ਪਹਿਲੇ ਆਪਣੇ ਮਨ ਵਿੱਚ ਗੁਣ ਕਰਕੇ। ਭਾਈ ਕਾਲੂ ਖੱਤਰੀ ਜਿਹੜਾ ਹੈ, ਪਹਿਲੇ ਤਾਂ ਉਹਨੇ ਮਨ ਵਿੱਚ ਗੁੰਨਿਆ, ਹਾਂ ਭਾਈ ਮਹਾਰਾਜ ਜੀ ਬਿਲਕੁਲ ਦੁਰਸਤ ਦੱਸਦੇ ਹਨ। ਫਿਰ ਉਹਦੇ ਉੱਤੇ ਚੱਲਣ ਦਾ ਯਤਨ ਕੀਤਾ। ਇਉਂ ਕਾਲੂ ਕੋ ਭਾ ਨਿਸਤਾਰੇ। ਇਸ ਤਰ੍ਹਾਂ ਕਵੀ ਰਾਜੀ ਦੱਸਦੇ ਕਿ ਜੋ ਸਿੱਖ ਆਇਆ ਭਾਈ ਕਾਲੂ, ਉਹਦਾ ਨਿਸਤਾਰਾ ਹੋ ਗਿਆ। ਮਿਲੇ ਜੋ ਨਰ ਤਹ ਸੋਪ ਉਧਾਰੇ। ਉਹਦਾ ਤਾਂ ਉਧਾਰ ਹੋ ਗਿਆ, ਲੇਕਿਨ ਆਪ ਤਰੇ ਤਾਰੇਨ ਸਰਿੱਠਾ। ਤੇ ਆਪ ਤਾਂ ਉਹ ਤਰ ਜਾਂਦੇ ਹਨ ਤੇ ਜਿਹੜੇ ਉਹਨਾਂ ਦੇ ਨਾਲ ਜੁੜ ਜਾਂਦੇ ਹਨ, ਭਗਤ ਜਨਾ ਕੀ 21 ਕੁਲ ਤਾਰੈ। ਉਹਨਾਂ ਦੀਆਂ 21 ਕੁਲਾਂ ਜਿਹੜੀਆਂ ਤਰ ਜਾਂਦੀਆਂ ਹਨ। ਜਿਹੜਾ ਵੀ ਭਾਈ ਕਾਲੂ ਦੀ ਸੰਗਤ ਦੇ ਵਿੱਚ ਆਇਆ, ਉਹਨਾਂ ਜੀਆਂ ਦਾ ਵੀ ਉਧਾਰ ਹੋ ਗਿਆ। ਭਾਵ ਧਾਰ ਜਿਹ ਨਰ ਗੁਰ ਦਰਸੇ। ਕਵੀ ਰਾਜੀ ਕਹਿੰਦੇ ਕਿ ਜਿਹੜਾ ਵੀ ਭਾਵਨਾ ਨੂੰ ਧਾਰਨ ਕਰਕੇ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਦਾ, ਬਚਨ ਸੁਣੇ ਪਦ ਪੰਕਜ ਪਰਸੇ। ਜਿਹੜਾ ਆ ਕਰਕੇ ਮਹਾਰਾਜ ਜੀ ਦੇ ਚਰਨ ਕਮਲਾਂ ਨੂੰ ਸਪਰਸ਼ ਕਰਦਾ ਹੈ, ਮੱਥਾ ਟੇਕਦਾ, ਮਹਾਰਾਜ ਜੀ ਦੇ ਬਚਨਾਂ ਦਾ ਧਾਰਨੀ ਬਣਦਾ। ਸੇ ਉਧਰੇ ਸੰਗ ਬ੍ਰਿੰਦ ਉਧਾਰੇ। ਉਹਨਾਂ ਦਾ ਤਾਂ ਉਧਾਰ ਹੋ ਜਾਂਦਾ ਤੇ ਉਹਨਾਂ ਦੇ ਨਾਲ ਜਿਹੜੇ ਵੀ ਉਹਨਾਂ ਦੇ ਨਾਲ ਗੁਰ ਮੇਰੇ ਸੰਗੀ ਸਾਥੀ ਸਗਲ ਤਰਾਈ। ਹਰ ਕਾ ਨਾਮ ਹਿਰਦੈ ਨਿਤ ਧਿਆਈ, ਸੰਗੀ ਸਾਥੀ ਸਗਲ ਤਰਾਈ। ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸੰਭਾਲੇ। ਜਿਹੜੇ ਪ੍ਰਮਾਤਮਾ ਦਾ ਨਾਮ ਜਪਦੇ ਹਨ, ਹਰ ਕਾ ਨਾਮ ਹਿਰਦੈ ਨਿਤ ਧਿਆਈ, ਜਿਹੜੇ ਨਿਤ ਧਿਆਉਂਦੇ ਹਨ, ਉਹ ਆਪ ਤਾਂ ਤਰ ਜਾਂਦੇ, ਲੇਕਿਨ ਸੰਗੀ ਸਾਥੀ ਸਗਲ ਤਰਾਈ। ਉਹਨਾਂ ਦੇ ਜੋ ਸੰਗੀ ਸਾਥੀ ਹੁੰਦੇ, ਉਹ ਵੀ ਤਰ ਜਾਂਦੇ, ਉਹਨਾਂ ਦਾ ਵੀ ਉਧਾਰ ਹੋ ਜਾਂਦਾ। ਤਿਨ ਪਰ ਕਵਿ ਸਦੀਵ ਬਲਹਾਰੇ। ਕਵੀ ਰਾਜੀ ਕਹਿੰਦੇ ਹੱਥ ਜੋੜ ਕਰਕੇ ਕਿ ਇਹੋ ਜਿਹੇ ਜੋ ਗੁਰੂ ਕੇ ਸਿੱਖ ਹਨ, ਮੈਂ ਉਹਨਾਂ ਤੋਂ ਵਾਰੀ ਜਾਵਾਂ।
ਮੈਂ ਉਹਨਾਂ ਤੋਂ ਬਲਹਾਰ ਜਾਵਾਂ। ਇਹੋ ਜਿਹੇ ਜਿਹੜੇ ਗੁਰਸਿੱਖਾਂ ਕੀ ਹਮ ਤਾਂ ਹਰ ਧੂੜ ਦੇ ਹਮ ਪਾਪੀ ਭੀ ਗਤ ਪਾਏ। ਇਹੋ ਜਿਹੇ ਜੋ ਗੁਰੂ ਕੇ ਸਿੱਖ ਹਨ, ਭਾਈ ਮਾਲੋ, ਭਾਈ ਮੰਗਾ ਤੇ ਭਾਈ ਰਾਮਾ ਡਿੱਡੀ ਹੋ ਗਿਆ, ਸਹਿਗਲ ਆਦਿਕ ਹੋ ਗਿਆ, ਭਾਈ ਕਾਲੂ ਖੱਤਰੀ, ਇਹਨਾਂ ਦੀ ਚਰਨਾਂ ਦੀ ਧੂੜ ਵੀ ਜੇ ਸਾਨੂੰ ਪ੍ਰਾਪਤ ਹੋ ਜਾਵੇ ਤੇ ਇਸ ਕਰਕੇ ਸਾਡਾ ਵੀ ਉਧਾਰ ਹੋ ਜਾਵੇਗਾ। ਇੰਨੀਆਂ ਕੋ ਬੇਨਤੀਆਂ ਪ੍ਰਮਾਣ ਕਰਿਓ, ਵਿਚਾਰ ਕਰਦੇ ਆ। ਬੇਅੰਤ ਗਲਤੀਆਂ ਹੋ ਗਈਆਂ ਜੀਓ, ਮਾਫੀ ਬਖਸ਼ਣੀ ਅੱਗੇ ਤੋਂ ਸਮਤ। ਆਓ ਸਾਰੇ ਗੱਜ ਵੱਜ ਕਰਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈ ਅਚੁੱਤ ਹੈ ਪਾਰ ਬ੍ਰਹਮ, ਅਬਨਾਸੀ ਅਘਨਾਸ। ਹੈ ਪੂਰਨ ਹੈ ਸਰਬ ਮੈਂ, ਦੁਖ ਭੰਜਨ ਗੁਣ ਤਾਸ। ਹੈ ਸੰਗੀ ਹੈ ਨਿਰੰਕਾਰ, ਹੈ ਨਿਰਗੁਣ ਸਭ ਟੇਕਾ। ਹੈ ਗੋਬਿੰਦ ਹੈ ਗੁਣ ਨਿਧਾਨ, ਜਾਂ ਕੈ ਸਦਾ ਵਿਵੇਕ। ਹੈ ਅਪਰੰਪਰ ਹਰ ਹਰੇ, ਹੈ ਪੀ ਹੋਵਨਹਾਰ। ਹੈ ਸੰਤਾਂ ਕੈ ਸਦਾ ਸੰਗ, ਨਿਧਾਰਾ ਆਧਾਰ। ਹੈ ਠਾਕੁਰ ਹੋਂਦਾ ਸਰੋ, ਮੈਂ ਨਿਰਗੁਣ ਗੁਣ ਨਹੀਂ ਕੋਏ। ਨਾਨਕ ਦੀਜੈ ਨਾਮਦਾਨ, ਰਾਖਾਂ ਹੀਐ ਪਰੋਏ। ਆਏ ਪ੍ਰਭ ਸ਼ਰਨਾਗਤੀ, ਕਿਰਪਾ ਨਿਧ ਦਿਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜ੍ਹੈ ਸੋ ਉਤਰੈ ਪਾਰ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ। ਕਥਾ ਨਿਤਾਰਤ ਹੋਤ ਹੈ, ਸੁਣੋ ਸੋ ਸਿੰਘ ਸੁਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ, ਸਦਾ ਕਰੈ ਕਲਿਆਣ। ਨਾਨਕ ਗੁਰੂ ਗੋਬਿੰਦ ਸਿੰਘ ਜੀ, ਸਦਾ ਕਰੈ ਕਲਿਆਣ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਵਾਹੋ ਵਾਹੋ ਗੋਬਿੰਦ ਸਿੰਘ ਜੀ, ਵਾਹੋ ਵਾਹੋ ਗੋਬਿੰਦ ਸਿੰਘ ਜੀ। ਕਲਗੀਆਂ ਵਾਲੇ ਗੋਬਿੰਦ ਸਿੰਘ ਜੀ, ਕਲਗੀਆਂ ਵਾਲੇ ਗੋਬਿੰਦ ਸਿੰਘ ਜੀ। ਬਾਜਾਂ ਵਾਲੇ ਗੋਬਿੰਦ ਸਿੰਘ ਜੀ, ਬਾਜਾਂ ਵਾਲੇ ਗੋਬਿੰਦ ਸਿੰਘ ਜੀ। ਫੌਜਾਂ ਵਾਲੇ ਗੋਬਿੰਦ ਸਿੰਘ ਜੀ, ਫੌਜਾਂ ਵਾਲੇ ਗੋਬਿੰਦ ਸਿੰਘ ਜੀ। ਜੋਜੀ ਪਿਆਰੇ ਗੋਬਿੰਦ ਸਿੰਘ ਜੀ, ਜੀ ਪਿਆਰੇ ਗੋਬਿੰਦ ਸਿੰਘ ਜੀ। ਵਾਹੋ ਵਾਹੋ ਗੋਬਿੰਦ ਸਿੰਘ ਜੀ, ਵਾਹੋ ਵਾਹੋ ਗੋਬਿੰਦ ਸਿੰਘ ਜੀ। ਵਾਹੋ ਵਾਹੋ ਗੋਬਿੰਦ ਸਿੰਘ ਜੀ। ਵਾਹੋ ਵਾਹੋ ਗੋਬਿੰਦ ਸਿੰਘ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ।
ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲਨਗੜ੍ਹ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ। ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀਓ, ਮਾਫੀ ਬਖਸ਼ਣੀ ਅੱਗੇ ਤੋਂ ਸਮਤ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ। ਜੋ ਜੀ ਆਪ ਜੀ ਕੇ ਦੁਆਰੇ ਆਵੇ ਸੋ ਸਦਾ ਹੀ ਰਾਜੀ ਪ੍ਰਸੰਨ ਜਾਵੇ। ਗੁਰ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਬੋਲੇ